This program is sponsored by PrimeLink Express, Gurmeet Mali, Union Truck Stop, Bakersfield, Sukhi Kuman. नमस्कार, अस्सलामुअलैकुम, सत श्री अकाल। मैं हाँ कंवर संधू और ਤੁਹਾਡਾ ਅੱਜ ਦੇ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਇਹ ਲਾਈਵ ਸ਼ੋਅ ਅਸੀਂ ਹਫਤੇ 'ਚ 3 ਦਿਨ ਤੁਹਾਡੀ ਸੇਵਾ 'ਚ ਪੇਸ਼ ਕਰਦੇ ਹਾਂ। ਇਸ ਨੂੰ ਤੁਸੀਂ ਬਾਜ਼ ਟੀਵੀ ਤੇ ਗਰਬ ਪੰਜਾਬ ਦੇ ਉੱਪਰ ਦੇਖ ਸਕਦੇ ਜੇ। ਬਾਜ਼ ਟੀਵੀ IPTV ਦੇ ਉੱਤੇ ਉਪਲਬਧ ਆ ਔਰ ਗਰਬ ਪੰਜਾਬ US ਦੇ ਵਿੱਚ ਸਲਿੰਗ ਦੇ ਉੱਪਰ ਤੁਸੀਂ ਦੇਖ ਸਕਦੇ ਆ। ਇਸ ਵੇਲੇ ਅਸੀਂ ਬਾਜ਼ ਟੀਵੀ ਤੇ ਗਰਬ ਪੰਜਾਬ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਆ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਸੋਮਵਾਰ ਦੀ ਸ਼ਾਮ, ਭਾਰਤ 'ਚ ਹੈ ਮੰਗਲਵਾਰ ਦੀ ਸਵੇਰ और ਆਸਟ੍ਰੇਲੀਆ 'ਚ ਦੁਪਹਿਰ ਹੋਣ ਜਾ ਰਹੀ ਆ। ਨਾਨਕਸ਼ਾਹੀ ਸੰਮਤ 552 ਦੀ ਅੱਜ ਹਾੜ ਦੀ 24 ਤਰੀਕ ਆ। ਮੈਂ ਇੱਕ ਵਾਰੀ ਫਿਰ ਤੁਹਾਡਾ ਇਸ ਸ਼ੋਅ ਦੇ ਵਿੱਚ ਸਵਾਗਤ ਕਰਦਾ। ਅੱਜ ਦੇ ਸ਼ੋਅ ਦੇ ਦੋ ਸਪਾਂਸਰਸ ਨੇ, ਪ੍ਰਾਈਮ ਲਿੰਕ ਐਕਸਪ੍ਰੈਸ ਗੁਰਮੀਤ ਮੱਲੀ ਅਤੇ ਯੂਨੀਅਨ ਵਿਲੇਜ ਟਰੱਕ ਸਟਾਪ ਬੇਕਰਸਫੀਲਡ ਸੁਖੀ ਘੁੰਮਣ। ਅੱਜ ਦੇ ਸ਼ੋਅ ਦੇ ਵਿੱਚ ਆਪਾਂ ਇੱਕ ਵਾਰ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੇ ਵਾਕਿਆ 2015 'ਚ ਹੋਏ ਸੀ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਇਹਦੇ ਬਾਰੇ ਆਪਾਂ ਪਿਛਲੇ ਹਫਤੇ 'ਚ ਵੀ ਗੱਲ ਕੀਤੀ ਸੀ। ਅੱਜ ਦੁਬਾਰਾ ਇਸ ਕਰਕੇ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਕੱਲ ਇੱਕ ਬਹੁਤ ਅਹਿਮ ਘਟਨਾ ਵਾਪਰੀ, ਇੱਕ ਬਹੁਤ ਅਹਿਮ ਡਿਵੈਲਪਮੈਂਟ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੋਈ ਆ। 1 ਜੂਨ 2015 ਨੂੰ ਜਿਹੜਾ ਜਵਾਰ ਸਿੰਘ ਵਾਲਾ, ਬੁਰਜ ਜਵਾਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਸਰੂਪ ਚੋਰੀ ਹੋਏ ਸੀ ਜਿਸ ਦੇ ਅੰਗ ਬਰਗਾੜੀ ਦੇ ਵਿੱਚ 3 ਮਹੀਨੇ ਬਾਅਦ ਖਿਲਾਰੇ ਗਏ ਸਨ। ਉਸ ਕੇਸ ਦੇ ਵਿੱਚ SIT ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸੱਚਾ ਸੌਦਾ ਜਿਹੜਾ ਸਿਰਸੇ ਦੇ ਵਿੱਚ ਜਿਹਦੇ ਹੈੱਡਕੁਆਟਰਸ ਨੇ, ਜਿਹਦੀ ਤੁਸੀਂ ਫੋਟੋ ਵੀ ਦੇਖ ਰਹੇ ਜੇ, ਉਹਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਵਾ। ਟੋਟਲ 11 ਅਕਿਊਜ਼ਡ SIT ਦੇ ਮੁਤਾਬਕ ਇਸ ਕੇਸ ਦੇ ਵਿੱਚ ਨੇ। ਉਹਦੇ ਵਿੱਚ ਹੁਣ ਡੇਰਾ ਮੁਖੀ ਵੀ ਇੱਕ ਮੁੱਖ ਅਕਿਊਜ਼ ਦੇ ਵਜੋਂ ਸਾਹਮਣੇ ਆਏ ਨੇ। ਬਹੁਤ ਵੱਡੀ ਡਿਵੈਲਪਮੈਂਟ ਆ। ਅੱਜ ਆਪਾਂ ਵਿਚਾਰ ਕਰਾਂਗੇ ਕਿ ਕੀ ਇਸ ਡਿਵੈਲਪਮੈਂਟ ਦੇ ਨਾਲ ਹੁਣ ਲੱਗਦਾ ਵਾ ਵੀ ਇਹ ਜਿਹੜੇ ਬਰਗਾੜੀ ਦੇ ਔਰ ਬਾਕੀ ਥਾਵਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੇਅਦਬੀ ਦੇ ਵਾਕਿਆ ਹੋਇਆ ਸੀ, ਗੋਲੀ ਕਾਂਡ ਹੋਇਆ ਸੀ, ਉਹਦੇ 'ਚ ਹੁਣ ਇਨਸਾਫ ਦੀ ਆਪਾਂ ਆਸ ਕਰ ਸਕਦੇ ਹਾਂ। ਤੁਹਾਨੂੰ ਲੱਗਦਾ ਵਾ ਕਿ ਮੁਖੀ ਜਿਹੜਾ ਡੇਰਾ ਮੁਖੀ ਦੇ ਖਿਲਾਫ ਪੁਖਤਾ ਸਬੂਤ ਹਨ ਜਿਹਦੇ ਕਰਕੇ ਉਹਨਾਂ ਨੂੰ ਸਜ਼ਾ ਮਿਲ ਸਕਦੀ ਆ? ਕੀ ਲੱਗਦਾ ਵਾ ਕਿ ਹੁਣ ਹੌਲੀ ਹੌਲੀ ਸੱਚਾਈ ਜਿਹੜੀ ਆ ਸਾਹਮਣੇ ਆ ਗਈ ਆ? ਜੇ ਡੇਰਾ ਮੁਖੀ ਨੂੰ ਸਜ਼ਾ ਮਿਲਦੀ ਆ ਤੇ ਇਹਦੇ ਪੰਜਾਬ ਦੀ ਸਿਆਸਤ ਦੇ ਉੱਤੇ ਇਹਦਾ ਕੀ ਅਸਰ ਪਵੇਗਾ? ਇਹ ਸਾਰੀਆਂ ਗੱਲਾਂ ਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਨਾ। ਬਹੁਤ ਅਹਿਮ ਡਿਵੈਲਪਮੈਂਟ ਆ ਔਰ ਇਸ ਮਸਲੇ ਤੇ ਆਪਣੇ ਵਿਚਾਰ ਦੇਣ ਵਾਸਤੇ ਤੁਸੀਂ ਸਾਡੇ 2 ਨੰਬਰਸ ਤੇ ਕਾਲ ਕਰ ਸਕਦੇ ਹੋ। ਦੋਵੇਂ ਨੰਬਰਸ ਤੁਹਾਡੇ ਲਗਾਤਾਰ ਸਕਰੀਨ ਦੇ ਉੱਪਰ ਆ ਰਹੇ ਨੇ। ਇੱਕ ਅਮਰੀਕਾ ਦਾ ਨੰਬਰ ਆ 7187753585 और दूसरा चंडीगढ़ का नंबर है। पहलों इंडिया का कोड, फिर चंडीगढ़ का कोड और फिर चंडीगढ़ का नंबर डायल करो 47844001। फेसबुक पेज के उपर भी जाके तुसीं अपने कॉमेंट्स पोस्ट कर सकते जे। मैं जिवें दस्सिया कि एक बहुत अहम डिवेलपमेंट आ, इहदे उत्ते आपां अज गलबात करनी आ कि डेरा मुखी नूं इस केस दे विच भी सज़ा मिल सकती है। डेरा मुखी गुरमीत राम रहीम बलात्कार के केस दे विच दोषी पाए गए सन। पंचकूला की एक अदालत ने उन्होंने जेल की सज़ा सुनाई सी और इस वे सुनारिया जेल जो रोहतक जिले के विच आ उत्थे सज़ा भुगत रहे हैं। हुण लगता वा कि पुलिस इस केस दे विच उन्हां दे प्रोडक्शन वारंट लैके उन्हां नाल पुछगिछ करूगी, उन्हां दी इंटैरोगेशन कर सकती है। उन्होंने पुलिस रिमांड उन्हां दा प्रोडक्शन वारंट लैके उन्हां दी पुछगिछ हो सकती है। अगे SIT ने 7 लोगों को अरेस्ट किया सी, 2 ਨੂੰ ਪਹਿਲਾਂ ਜ਼ਮਾਨਤ ਮਿਲ ਗਈ ਸੀ। ਉਹ 7 ਕੇਸਾਂ ਦੀ ਪੁੱਛਗਿੱਛ ਤੋਂ ਬਾਅਦ ਹੁਣ ਗੁਰਮੀਤ ਰਾਮ ਰਹੀਮ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਵਾ। ਇਸ ਕੇਸ ਦੇ ਵਿੱਚ ਇੱਕ ਬਹੁਤ ਅਹਿਮ ਕੜੀ ਸੀ ਮੋਹਿੰਦਰਪਾਲ ਬਿੱਟੂ ਦੀ, ਜੋ ਡੇਰਾ ਦਾ ਇੱਕ ਪ੍ਰਮੁੱਖ ਅਧਿਕਾਰੀ ਸੀ। ਉਹਨੂੰ ਪਹਿਲਾਂ SIT ਨੇ ਅਰੈਸਟ ਕੀਤਾ ਸੀ। ਉਹਦੀ ਨਾਭਾ ਜੇਲ੍ਹ ਦੇ ਵਿੱਚ ਕੁਝ ਲੋਕਾਂ ਨੇ ਮੌਤ ਕਰ ਦਿੱਤੀ। ਇਸ ਕੜੀ ਦੇ ਨਾ ਹੋਣ ਕਰਕੇ ਕਿ SIT ਦੇ ਕੋਲ, ਪੁਲਿਸ ਦੇ ਕੋਲ ਪੁਖਤਾ ਸਬੂਤ ਮਿਲ ਸਕਣਗੇ ਡੇਰਾ ਰਾਮ ਰਹੀਮ ਦੇ ਖਿਲਾਫ, ਡੇਰਾ ਮੁਖੀ ਦੇ ਖਿਲਾਫ, ਗੁਰਮੀਤ ਰਾਮ ਰਹੀਮ ਦੇ ਖਿਲਾਫ, ਜਿਹਦੇ ਕਰਕੇ ਉਹਨੂੰ ਸਜ਼ਾ ਮਿਲ ਸਕਦੀ ਹੈ। SIT ਦੇ ਮੁਤਾਬਕ ਇਸ ਪਿੰਡ ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਦੇ ਕੁਝ ਸੱਜਣ ਸਨ ਜਿਹੜੇ ਡੇਰਾ ਪ੍ਰੇਮੀ ਸਨ। ਉਹਨਾਂ ਦੇ ਇੱਕ ਸਿੱਖ ਪ੍ਰੀਚਰ ਦੇ ਕਹਿਣ ਦੇ ਉੱਤੇ उन्होंने अपने लॉकेट जोड़े डेरा मुखी ने उन्होंने दिते सी, वो ला दिते सी।
ਇਹਦੇ ਵਜੋਂ ਰੰਜਿਸ਼ ਵਜੋਂ ਡੇਰਾ ਮੁਖੀ ਨੇ ਜੋ SIT ਮੁਤਾਬਕ ਉੱਥੋਂ ਦੀ ਨੈਸ਼ਨਲ ਕਮੇਟੀ ਨੇ ਹਦਾਇਤ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਕੇ ਉਹਨਾਂ ਦੇ ਅੰਗ ਖਿਲਾਰੇ ਜਾਣ। ਇਹ ਬੇਅਦਬੀ ਦਾ ਵਾਕਿਆ ਜਿਹੜਾ ਵਾ ਇਹਨੂੰ ਘਟਨਾਕ੍ਰਮ ਉਹਨਾਂ ਨੇ ਦਿੱਤਾ। ਇਹਦੇ ਵਿੱਚ ਹੁਣ ਬਹੁਤ ਅਹਿਮ ਡਿਵੈਲਪਮੈਂਟ ਹੋਈ ਆ। ਪਿਛਲੇ 5 ਸਾਲਾਂ ਦੇ ਵਿੱਚ ਇੰਜ ਲੱਗ ਰਿਹਾ ਸੀ ਪਹਿਲੋਂ ਅਕਾਲੀ ਦਲ ਬਾਦਲ ਤੇ ਹੁਣ ਕਾਂਗਰਸ ਕੋਈ ਇਹਦੇ ਵਿੱਚ ਖਾਸ ਡਿਵੈਲਪਮੈਂਟ ਨਹੀਂ ਕਰ ਰਹੀ, ਕੋਈ ਪ੍ਰੋਗਰੈਸ ਨਹੀਂ ਕਰ ਰਹੀ, ਲੇਕਿਨ ਹੁਣ ਲੱਗ ਰਿਹਾ ਵਾ ਕਿ ਪ੍ਰੋਗਰੈਸ ਹੋ ਰਹੀ ਆ। ਲਗਾਤਾਰ ਤਾਜ਼ੀਆਂ ਅਰੈਸਟ ਹੋ ਰਹੀਆਂ ਵਾ। ਬਰਗਾੜੀ ਬੇਅਦਬੀ ਕਾਂਡ ਦੇ ਵਿੱਚ ਵੀ, ਜਵਾਹਰ ਸਿੰਘ ਵਾਲਾ ਬੇਅਦਬੀ ਕਾਂਡ ਦੇ ਵਿੱਚ ਵੀ, ਔਰ ਜਿਹੜੇ ਗੋਲੀ ਕਾਂਡ ਆ ਉਹਦੇ ਵਿੱਚ ਵੀ ਡਿਵੈਲਪਮੈਂਟ ਹੋ ਰਹੀ ਹੈ। ਲੇਕਿਨ ਅੱਜ ਆਪਾਂ ਗੱਲ ਕਰ ਰਹੇ ਹਾਂ ਮੁੱਖ ਤੌਰ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਕੇਸ ਦੀ। ਤੁਸੀਂ ਆਪਣੇ ਵਿਚਾਰ ਜਿਹੜੇ ਆ ਕਾਲ ਕਰਕੇ ਸਾਨੂੰ ਦੇ ਸਕਦੇ ਜੇ। ਜਦੋਂ ਕਾਲਰ ਸਾਡੇ ਨਾਲ ਜੁੜਨਗੇ ਮੈਂ ਉਹਨਾਂ ਦੇ ਕਾਲ ਲੈ ਕੇ ਤੁਹਾਡੇ ਨਾਲ ਸਾਂਝੀ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਾਂਗੇ। ਮੈਂ ਫਿਰ ਦੱਸ ਦਵਾਂ ਕਿ ਇਸ ਵੇਲੇ ਅਸੀਂ ਬਾਜ਼ TV ਔਰ ਗਰਬ ਪੰਜਾਬ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਆ, ਔਰ ਸਾਨੂੰ ਤੁਹਾਨੂੰ ਪਤਾ ਹੀ ਆ ਕਿ ਕਾਫੀ ਕਮੈਂਟ ਸਾਡੇ ਫੇਸਬੁੱਕ ਪੇਜ ਦੇ ਉੱਪਰ ਲਗਾਤਾਰ ਇਸ ਸ਼ੋਅ ਦੇ ਵਿੱਚ ਆਉਂਦੇ ਰਹਿੰਦੇ ਆ, ਔਰ ਉਹ ਮੈਂ ਤੁਹਾਡੇ ਨਾਲ ਕਮੈਂਟਸ ਜਿਹੜੇ ਆ ਲਗਾਤਾਰ ਸ਼ੇਅਰ ਕਰਦਾ ਰਹੂੰਗਾ। ਸੋ ਅੱਜ ਮੈਂ ਫਿਰ ਦੱਸ ਦਵਾਂ ਕਿ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਇੱਕ ਅਹਿਮ ਡਿਵੈਲਪਮੈਂਟ ਜਿਹੜੀ ਹੋਈ ਆ ਉਹਦੇ ਬਾਰੇ, ਔਰ ਇਸ ਡਿਵੈਲਪਮੈਂਟ ਦੇ ਮੱਦੇਨਜ਼ਰ ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ। ਕਾਲ ਕਰਨ ਵਾਸਤੇ ਸਾਡੇ 2 ਨੰਬਰਸ ਨੇ 7187753585 ਔਰ ਚੰਡੀਗੜ੍ਹ ਦਾ ਇੱਕ ਨੰਬਰ ਆ 47844001। ਮੈਂ ਫਿਰ ਦੱਸ ਦੇਵਾਂ ਕਿ ਗੁਰਮੀਤ ਰਾਮ ਰਹੀਮ ਨੂੰ ਇਸ ਬੇਅਦਬੀ ਕਾਂਡ ਦੇ ਵਿੱਚ ਨਾਮਜ਼ਦ ਕੀਤਾ ਗਿਆ ਵਾ, ਔਰ ਇਹਦੇ ਕਰਕੇ ਅਸੀਂ ਅੱਜ ਦੁਬਾਰਾ ਗੱਲਬਾਤ ਕਰ ਰਹੇ ਹਾਂ। ਸ਼ਾਇਦ ਇਹ ਕਾਲਰ ਹੁਣੇ ਮੈਨੂੰ MCR ਨੇ ਦੱਸਿਆ ਵਾ ਕਿ ਇੱਕ ਕਾਲਰ ਜੁੜ ਗਏ ਨੇ। ਮੈਂ ਹੁਣੇ ਉਹਨਾਂ ਦੀ ਗੱਲ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰਦਾ ਵਾਂ। ਮੈਂ 1 ਮਿੰਟ ਫੇਸਬੁੱਕ ਪੇਜ ਜਿਹੜਾ ਵਾ ਉਹ ਖੋਲ੍ਹਣਾ ਚਾਹ ਰਿਹਾ ਵਾਂ। ਦੇਖਦੇ ਹਾਂ ਸਾਡੇ ਪਹਿਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਸਤਿ ਸ੍ਰੀ ਅਕਾਲ ਸੰਤ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਤ ਸਾਹਿਬ, ਮੈਂ ਤਾਂ ਇਹ ਕਹੂੰਗਾ ਚਲੋ ਡਿਵੈਲਪਮੈਂਟ ਬਹੁਤ ਵੱਡੀ ਹੋਈ ਹੈ, ਦੇਰ ਆਏ ਦਰੁਸਤ ਆਏ, ਚਲੋ ਉਹਨੂੰ ਨਾਮਜ਼ਦ ਕੀਤਾ ਹੈ ਜੀ। ਪਰ ਸੰਤ ਸਾਹਿਬ ਦੇਖਣ ਵਾਲੀ ਇਹ ਗੱਲ ਹੋਊਗੀ ਬਈ ਇਹ ਕੀ ਇਕੱਲਾ ਜਿਹੜਾ ਸੱਚੇ ਸੌਦੇ ਵਾਲਾ ਰਹੀਮ ਹੈ ਗੁਰਮੀਤ ਸਿੰਘ ਹੈ, ਇਹ ਇਕੱਲਾ ਇੰਨੀ ਤਾਕਤ ਰੱਖ ਸਕਦਾ ਹੈ? ਵੇਖੋ ਗੁਰੂ ਗ੍ਰੰਥ ਸਿੰਘ ਦੀ ਪੋਸ਼ਾਕ ਪਾ ਕੇ ਤੇ ਉਹ ਵਰਤਾਉਣਾ, ਫਿਰ ਮਾਫੀ ਨਾਮਾ ਲੈਣਾ ਤੇ ਵਾਪਸ ਲੈਣਾ, ਤੇ ਆਪਣੀ ਮੈਸੇਂਜਰ ਗੌਡ ਫਿਲਮ ਚਲਾਉਣਾ, ਵੇਖੋ ਕਿੱਡੇ ਉਦੋਂ ਇਹ ਸਾਰੇ ਬੱਚੇ ਉਦੋਂ ਖੜੇ ਹੋਏ। ਇਸ ਕੋਈ ਸ਼ੱਕ ਨਹੀਂ। ਮੈਂ ਇਹ ਕਹੂੰਗਾ ਵੀ ਜਿੰਨਾ ਚਿਰ ਸੰਧੂ ਸਾਹਿਬ ਠੀਕ ਹੈ ਸਜ਼ਾ ਦਿੱਤੀ, ਪਰ ਜਿਵੇਂ ਮਹਿੰਦਰਪਾਲ ਬਿੱਟੂ ਦਾ ਅੰਦਰੇ ਕਤਲ ਹੋ ਜਾਣਾ, ਬਿਲਕੁਲ ਇੱਕ ਇਹ ਸਿਆਸੀ ਮਤਲਬ ਚਾਲ ਚੱਲੀ ਗਈ ਹੈ। ਜਿਵੇਂ ਕਿ ਫਿਲਮਾਂ 'ਚ ਨਹੀਂ ਦਿਖਾਇਆ ਜਾਂਦਾ ਡਾਕੂਆਂ ਦਾ ਕੋਈ ਸਾਥੀ ਫੜਿਆ ਜਾਂਦਾ ਜਾਂ ਸਮਗਲਰਾਂ ਦਾ, ਤਾਂ ਉਹਨੂੰ ਪੁਲਿਸ ਦੇ ਕੋਲੇ ਸਾਹਮਣੇ ਗੋਲੀ ਮਾਰ ਦਿੱਤੀ ਜਾਂਦੀ। ਬਿਲਕੁਲ ਇਹ ਜਿਹਾ ਇਹਨਾਂ ਨੇ ਛਿਆਂਗ ਰਚਿਆ ਹੈ। ਤੇ ਸੰਧੂ ਸਾਹਿਬ ਠੀਕ ਹੈ ਬਰਗਾੜੀ 'ਚ ਵੀ ਕਤਲ ਹੋਇਆ, ਬੇਅਦਬੀ ਵੀ ਹੋਈ, ਤੇ ਜਿਹੜਾ ਮੌੜ ਵਾਲਾ ਬੰਬ ਬਲਾਸਟ ਹੋਇਆ ਸਾਨੂੰ ਵੀ ਪਤਾ ਹੈ ਵੀ ਉਹ ਕਿਵੇਂ ਹੋਇਆ, ਰਾਈਟ? ਆਪਾਂ ਸਾਰੇ ਉੱਥੇ ਸੀ, ਅਸੀਂ ਵੀ ਕਿਵੇਂ ਕਹਾਣੀ ਬਦਲੀ ਗਈ। ਪਰ ਆਪਾਂ ਨੂੰ ਦੇਖਣਾ ਇਹ ਪਊਗਾ ਸੰਧੂ ਸਾਹਿਬ, ਮੇਰਾ ਖਿਆਲ ਆ ਵੀ ਇਹਨਾਂ ਇਹੋ ਜਿਹੀਆਂ ਘਟਨਾਵਾਂ ਕਰਕੇ ਇਹ ਸਧਾਰਨ ਵਿਅਕਤੀ ਨਹੀਂ ਕਰਦੇ, ਛਾਤਰ ਦਿਮਾਗ ਕਰ ਰਹੇ ਨੇ, ਉਹਦਾ ਫਾਇਦਾ ਤੇ ਲਾਭ ਕਿਹਨੂੰ ਹੁੰਦਾ ਤੇ ਨੁਕਸਾਨ ਕਿਹਨੂੰ ਹੁੰਦਾ ਜੀ। ਇਸ ਤਰ੍ਹਾਂ ਹੀ ਬਰਗਾੜੀ 'ਚ ਹੋਇਆ, ਇਸ ਤਰ੍ਹਾਂ ਹੀ ਇਹਨੂੰ ਵਿਚਾਰਨ ਦੀ ਲੋੜ ਹੈ। ਮੇਰੇ ਹਿਸਾਬ ਨਾਲ ਇਹਨਾਂ ਦੇ ਜਿਹੜੇ ਸਿਆਸੀ ਸਰਪ੍ਰਸਤ ਹੈ ਜਿਨ੍ਹਾਂ ਦੇ ਦੀਨ ਹੋਇਆ, ਦੇਖੋ ਹੋਇਆ 2 ਸਾਲ ਲੰਘੇ ਸੀ ਜਦੋਂ ਦੀ ਇਹ ਘਟਨਾ ਵਾਪਰੀ, ਜਦੋਂ ਜਵਾਹਰ ਸਿੰਘ ਚ ਚੱਕੇ 2015 ਚ, ਤੇ 2 ਸਾਲ ਕਾਲੀ ਵੀ ਰਾਜ ਕਰ ਗਏ ਤੇ ਇੱਕ ਵੀ ਉੱਤੇ ਕੋਈ ਵੀ ਇਨਕੁਆਇਰੀ ਚੱਜ ਨਾਲ ਨਹੀਂ ਹੋਈ, ਬਿਲਕੁਲ ਹੀ। ਕਿਉਂਕਿ ਹਾਲਾਂਕਿ ਲੱਗਦੇ ਰਹੇ ਆਪੋ ਉੱਥੇ ਵੀ ਅਸੀਂ ਤੁਹਾਡਾ ਗੁਰੂ ਗ੍ਰੰਥ ਚੱਕ ਲਿਆ, ਹੁਣ ਸਾੜਾਂਗੇ ਜਾਂ ਬੇਅਦਬੀ ਕਰਾਂਗੇ, ਧਮਕੀਆਂ ਆਉਂਦੀਆਂ, ਕਿਉਂ ਨਾ ਉਦੋਂ ਸੰਜੀਦਗੀ ਨਾਲ ਵਿਚਾਰਿਆ। ਫਿਰ ਹੁਣ ਜਿਹੜਾ ਮੌੜ ਵਾਲਾ ਬੰਬ ਬਲਾਸਟ ਹੈ ਉੱਥੇ ਕਾਰਾਂ ਵੀ ਉੱਥੇ ਬਣੀਆਂ, ਇਹ ਕੋਈ ਮਾੜੀ ਮੋਟੀ ਘਟਨਾ ਤਾਂ ਨਹੀਂ। 7 ਬੱਚਿਆਂ 6 ਬੱਚਿਆਂ ਦੀਆਂ ਜਾਨਾਂ ਗਈਆਂ ਸੰਧੂ ਸਾਹਿਬ। ਜਿੱਥੇ ਵੀ ਮਨੁੱਖੀ ਲਾਸ਼ ਹੁੰਦਾ ਹੈ, ਇਹ ਹਾਂ ਸਰਕਾਰਾਂ ਉੱਥੇ ਕਿ ਜ਼ਰੂਰ ਵੱਡੇ ਨਾਮ ਵੀ ਦੇ ਜਾਂਦੀਆਂ, ਚਾਹੇ ਉੱਥੇ ਇਹੋ ਜਿਹੇ ਕੰਮ ਵੀ ਕਰ ਜਾਂਦੀਆਂ ਜਿੱਥੇ ਕਿ ਇਹਨਾਂ ਨੂੰ ਆਪਦੀ ਛਵੀ ਦੀ ਵੀ ਲੋੜ ਹੁੰਦੀ ਹੈ। ਖਾਸ ਕਰਕੇ ਮੈਂ ਕਹੂੰਗਾ ਵਾਕਿਆ ਹੀ ਇਹ ਸਜ਼ਾ ਮਿਲਣੀ ਚਾਹੀਦੀ ਹੈ, ਪਰ ਜਿੰਨਾ ਚਿਰ ਸਰਪ੍ਰਸਤ ਨਹੀਂ ਫੜੇ ਜਾਂਦੇ, ਇਹ ਕਾਂਗਰਸ ਤੇ ਸ਼ੇਰ ਸਿੰਘ ਜੀ ਪ੍ਰਮੋਟ ਕੀਤਾ। ਸ਼ੇਰ ਸਿੰਘ ਜੀ, ਆਪਾਂ ਹਰ ਚੀਜ਼ ਦੇ ਵਿੱਚ ਕਨਸਪੀਰੇਸੀ ਨਾ ਵੇਖੀਏ। ਠੀਕ ਹੈ ਕਿ ਇਸ ਕੇਸ ਦੇ ਵਿੱਚ 5 ਸਾਲ ਹੋ ਗਏ ਆ, ਸਜ਼ਾਵਾਂ ਨਹੀਂ ਮਿਲੀਆਂ, ਚੰਗੀ ਤਫਤੀਸ਼ ਨਹੀਂ ਹੋਈ, CBI ਨੇ ਵੀ ਪਹਿਲਾਂ ਜਾਂਚ ਕੀਤੀ ਹੈ ਬੇਅਦਬੀ ਦੇ ਮਸਲਿਆਂ 'ਚ, ਕੋਈ ਉਹਨਾਂ ਨੇ ਕੋਈ ਸਹੀ ਤੱਥ ਨਹੀਂ ਸਾਹਮਣੇ ਲਿਆਂਦੇ। ਲੇਕਿਨ ਆਪਾਂ ਹਰ ਇੱਕ ਗੱਲ 'ਚ ਇਹ ਨਾ ਦੱਸੀਏ ਵੀ ਮਹਿੰਦਰਪਾਲ ਬਿੱਟੂ ਦੀ ਮੌਤ ਜਿਹੜੀ ਉਹ ਵੀ ਇੱਕ ਸਾਜ਼ਿਸ਼ ਸੀ,
ਤੁਹਾਨੂੰ ਪਤਾ ਬਹੁਤ ਸਾਲ ਪਹਿਲਾਂ ਅਜੀਤ ਸਿੰਘ ਪੂਲੇ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਕੁਝ ਲੋਕਾਂ ਨੇ ਉੱਥੇ ਸਾੜ ਕੇ ਮਾਰਤਾ ਸੀਗਾ। ਸੋ ਹੋ ਸਕਦਾ ਗੁੱਸੇ ਦੇ ਵਿੱਚ ਵੀ ਉਹਦੀ ਮੌਤ ਕੀਤੀ ਜਾ ਸਕਦੀ ਹੈ। ਹਾਲਾਂ ਮੈਨੂੰ ਲੱਗਦਾ ਵਾ ਕਿ ਉਹਦੀ ਮੌਤ ਨਾਲ ਇੱਕ ਬੜੀ ਇੰਪੋਰਟੈਂਟ ਕੜੀ ਜਿਹੜੀ ਡੇਰਾ ਮੁਖੀ ਨੂੰ ਇਹ ਬਾਕੀ ਦੋਸ਼ੀਆਂ ਨਾਲ ਜੋੜਦੀ ਹੈ, ਉਹ ਖਤਮ ਹੋ ਗਈ ਹੈ। ਨਹੀਂ, ਫਿਰ ਇਹਦਾ ਮਤਲਬ ਹੋ ਸਕਦਾ ਜੇ ਕਾਰ ਨੂੰ ਸਿਰਫ ਜਿਵੇਂ ਗਵਾਹ ਜਿਹੜਾ ਵਿਟਨੈਸ ਆ ਖਤਮ ਕਰਨਾ, ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ, ਕਿਉਂਕਿ ਇਹ ਇਹਨਾਂ ਸ਼ੰਕਾ ਦੇ ਘੇਰੇ ਤਾਂ ਜਾਂਦੇ, ਤਾਰਾਂ ਜੁੜਦੀਆਂ ਉੱਥੇ ਹੀ ਜੁੜਦੀਆਂ ਨਾ ਜਾ ਕੇ। ਓਕੇ ਵੀ ਕਰ ਸਾਹਿਬ, ਮੈਂ ਮੰਨਦਾ ਵੀ ਹਰ ਇੱਕ ਨੂੰ ਕੌਨਸਪੀਰੇਸੀ ਨਾਲ ਨਹੀਂ ਵੇਖਣਾ ਚਾਹੀਦਾ, ਪਰ ਤਾਰਾਂ ਤਾਂ ਇਹਨਾਂ ਦੀਆਂ ਜੁੜਦੀਆਂ ਨਾ ਸਾਰਿਆਂ ਦੀਆਂ, ਕਿਤੇ ਵੀ ਲੈ ਲਓ, ਦੇਖ ਲਓ ਤੁਸੀਂ। ਜੇ ਇਹਦੇ 'ਚ ਸ਼ੇਰ ਸਿੰਘ ਜੀ ਸਜ਼ਾ ਮਿਲਦੀ ਹੈ ਡੇਰਾ ਮੁਖੀ ਨੂੰ, ਜੇ ਉਹ ਗੁਨਾਹਗਾਰ ਸਾਬਤ ਹੋ ਜਾਂਦਾ, ਤੇ ਇਹਦੀ ਪੰਜਾਬ ਦੀ ਸਿਆਸਤ ਤੇ ਕੀ ਅਸਰ ਹੋਊਗਾ? ਪੰਜਾਬ ਦੀ ਸਿਆਸਤ ਦੇ ਇੱਕ ਵੱਡਾ ਹੀ ਅਸਰ ਹੋਊਗਾ ਜੀ। ਇਹਦਾ ਮੇਰਾ ਖਿਆਲ ਆ ਲਾਭ ਮਤਲਬ ਵੀ ਇੱਕ ਲੈ ਜਾਣਗੇ ਸਿਆਸੀ ਪਾਰਟੀਆਂ, ਕਿਉਂਕਿ ਇਹ ਸਜ਼ਾ ਮਤਲਬ ਇੱਕ ਤਰ੍ਹਾਂ ਦੀ ਦੁਆ ਸੀ ਉਹਨੂੰ। ਜਿਵੇਂ ਹੁਣ ਮੇਰਾ ਖਿਆਲ ਆ ਵੀ ਸਿਆਸੀ ਪਾਰਟੀਆਂ ਨੂੰ ਵੀ ਉਹਦੀ ਲੋੜ ਨਹੀਂ ਰਹੀ, ਆਲਰੇਡੀ ਉਹ ਅੰਦਰ ਹੈ, ਆਲਰੇਡੀ 2-3 ਸੰਗੀਨ ਕੇਸ ਅੰਦਰ ਆ, ਉਹ ਚੱਲ ਰਿਹਾ, ਤੇ ਉਹਨੂੰ ਉਹਦੀ ਬਲੀ ਦੇ ਕੇ ਜ਼ਰੂਰ ਸਿਆਸੀ ਸਮੀਕਰਨ ਬਦਲਣਗੇ, ਤੇ ਇਹ ਜਿਹੜੀ ਸਰਕਾਰ ਦੇ ਸਮੇਂ ਹੁਣ ਹੋ ਰਿਹਾ, ਹੋ ਸਕਦਾ ਉਸੇ ਨੂੰ ਵੱਧ ਫਾਇਦਾ ਹੋਵੇ। ਮਿਹਰਬਾਨੀ। ਕਰੀਬ 10-15 ਕਮੈਂਟ ਸਾਡੇ ਨਾਲ ਫੇਸਬੁੱਕ ਦੇ ਉੱਪਰ ਵੀ ਆਏ ਆ, ਕੁਝ ਸੱਜਣ ਜੁੜ ਗਏ ਆ। ਸਤਿੰਦਰ ਮਾਹਲ ਕਹਿ ਰਹੇ ਨੇ ਡੇਰਾ ਮੁਖੀ ਤੋਂ ਇਲਾਵਾ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ, ਉਹਨਾਂ ਨੂੰ ਵੀ ਨਾਮਜ਼ਦ ਕਰਨਾ ਚਾਹੀਦਾ ਵਾ। ਸਤਿੰਦਰ ਮਾਹਲ, ਟੋਟਲ 11 ਬੰਦਿਆਂ ਨੂੰ ਨਾਮਜ਼ਦ ਇਸ ਕੇਸ ਦੇ ਵਿੱਚ ਹੋਏ ਆ। 11 ਦੋਸ਼ੀ ਨੇ, 7 ਆਲਰੇਡੀ ਅਰੈਸਟ ਕੀਤੇ ਆ, ਹੁਣ ਡੇਰਾ ਮੁਖੀ ਨੂੰ ਨਾਮਜ਼ਦ ਕਰਤਾ। 3 ਹੋਰ ਜਿਹੜੇ ਲੋਕ ਨੇ ਉਹਨਾਂ ਦੀ ਭਾਲ ਜਿਹੜੀ ਆ ਉਹ ਹਾਲੀ ਜਾਰੀ ਆ। ਕਾਂਗਰਸ ਰਵਿੰਦਰ ਸਿੰਘ ਸੋਢੀ ਕਹਿ ਰਹੇ ਨੇ ਕਾਂਗਰਸ ਤੇ ਅਕਾਲੀ ਦੋਵੇਂ ਪਾਰਟੀਆਂ ਡੇਰਾ ਸਮਰਥਕਾਂ ਦੀਆਂ ਵੋਟਾਂ ਲਈ ਡੇਰਾ ਮੁਖੀ ਦੀ ਮਦਦ ਕਰਦੇ ਰਹੇ ਨੇ, ਔਰ ਜਿਵੇਂ ਹੁਣੇ ਸ਼ੇਰ ਸਿੰਘ ਨੇ ਕਿਹਾ ਵਾ, ਸ਼ਾਇਦ ਹੁਣ ਉਹਨਾਂ ਨੂੰ ਲੱਗਦਾ ਵਾ ਵੀ ਉਹਨਾਂ ਦੀ ਲੋੜ ਨਹੀਂ, ਇਸ ਕਰਕੇ ਸ਼ਾਇਦ ਉਹਨੂੰ ਨਾਮਜ਼ਦ ਕੀਤਾ ਗਿਆ। ਰਵਿੰਦਰਜੀਤ ਸਿੰਘ ਪੰਦੇਰ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਵਿੰਦਰ ਜੀ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਲੱਗਦਾ ਹੈ ਕਿ ਡੇਰਾ ਮੁਖੀ ਦੇ ਪਿੱਛੇ ਜ਼ਰੂਰ ਕੋਈ ਰਾਜਨੀਤਿਕ ਤਾਕਤ ਹੈ ਜਿਸ ਨੇ ਵੋਟਾਂ ਦੇ ਲਾਲਚ ਕਰਕੇ ਇਹ ਕਾਰਵਾਈ ਕਰਵਾਈ ਹੈ, ਇਹ ਉਹਨਾਂ ਦਾ ਵਿਚਾਰ ਹੈ। ਮੀਨਵਾਈ ਰਵਿੰਦਰਜੀਤ ਸਿੰਘ ਪੰਦੇਰ ਕਹਿ ਰਹੇ ਨੇ ਇਸ ਵਿੱਚ ਸਾਡੇ ਵੀ ਸਿਆਸੀ ਅਕਾਵਾਂ ਦੇ ਹੱਥ ਹੈ, ਉਹ ਵੀ ਨੰਗੇ ਹੋਣੇ ਚਾਹੀਦੇ ਆ। ਔਰ ਰਣਬੀਰ ਸਿੰਘ ਖੱਟਰਾ ਜਿਹੜਾ SIT ਦੇ ਮੁਖੀ ਨੇ, ਜਿਹੜੀ ਇਹਦੀ ਜਾਂਚ ਕਰ ਰਹੇ ਇਸ ਕੇਸ ਦੀ, ਉਹ ਕਹਿ ਰਹੇ ਨੇ ਇੱਕ ਚੰਗੇ ਅਫਸਰ ਨੇ। ਰਵਿੰਦਰਜੀਤ ਪੰਦੇਰ ਜੀ, ਰਣਬੀਰ ਸਿੰਘ ਖੱਟਰਾ ਜਿਹੜੇ ਹੁਣ ਗੱਲ ਹੋ ਰਹੀ ਹੈ, ਮੈਂ ਦੱਸ ਦਵਾਂ ਮੇਰੇ ਸਕੂਲ ਤੋਂ ਵੀ ਨੇ, ਮੇਰੇ ਤੋਂ ਜੂਨੀਅਰ ਸਨ, ਕਾਫੀ ਜੂਨੀਅਰ ਸਨ, ਔਰ ਉਹ ਕਾਫੀ ਐਕਸਪੀਰੀਅੰਸ ਹੈ ਉਹਨਾਂ ਦਾ, ਮਿਲੀਟੈਂਸੀ ਵੇਲੇ ਵੀ ਪੰਜਾਬ ਦੇ ਵਿੱਚ ਉਹ ਤਾਇਨਾਤ ਸਨ, ਔਰ ਉਹਨਾਂ ਨੇ ਕਾਫੀ ਹੱਦ ਤੱਕ ਪਿਛਲੇ ਸਾਲ ਹੀ ਇਸ ਕੇਸ ਦੀ ਜਿਹੜੀ ਤਫਤੀਸ਼ ਆ ਉਹ ਕੰਪਲੀਟ ਕਰ ਲਈ ਸੀ, ਪਰ ਫਿਰ ਕਿਸੇ ਵਜ੍ਹਾ ਕਰਕੇ ਇੱਕ ਰੋਕ ਲੱਗ ਗਈ, ਔਰ ਹੁਣ ਦੁਬਾਰਾ ਉਹ ਤਫਤੀਸ਼ ਕਰ ਰਹੇ ਆ, ਔਰ ਵਾਕਈ ਇਹਦੇ ਵਿੱਚ ਬਹੁਤ ਅਹਿਮ ਤੱਥ ਜਿਹੜੇ ਆ ਸਾਹਮਣੇ ਆਏ ਆ। 11 ਲੋਕ ਨਾਮਜ਼ਦ ਇਹਦੇ ਵਿੱਚ ਹੋਏ ਆ। ਦਵਿੰਦਰ ਲੋਪੋਂ ਕਹਿ ਰਹੇ ਨੇ ਕਿ ਹੁਣ ਉਮੀਦ ਬਣੀ ਹੈ ਜਾਂਚ ਇਸ ਤੋਂ ਅੱਗੇ ਤੁਰੂਗੀ, ਹੁਣ ਲੱਗਦਾ ਵਾ ਕਿ ਬਾਕੀ ਦੋਸ਼ੀ ਜਿਹੜੇ ਆ ਉਹ ਵੀ ਉਹਨਾਂ ਨੂੰ ਵੀ ਗੁਨਾਹਗਾਰ ਨਾਮਜ਼ਦ ਕੀਤਾ ਜਾਵੇਗਾ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਸਤਿ ਸ਼੍ਰੀ ਅਕਾਲ ਰਾਮ ਸ਼ਰਮਾ ਜੀ। ਸੰਧੂ ਸਾਹਿਬ ਜੀ, ਦਰਅਸਲ ਗੱਲ ਇਹ ਹੈ ਨਾ ਕਿ ਪੁਲਿਸ ਕਈ ਜਿਹੜੇ ਇਦੋਂ ਬੜੇ ਘਟੀਆ ਟਾਈਪ ਦੇ ਕੇਸ ਹੁੰਦੇ ਨਾ, ਲੁੱਟਾਂ ਖੋਹਾਂ ਦੇ ਲੈ ਲਓ ਜਾਂ ਹੋਰ ਕੁਛ ਲੈ ਲਓ ਜਾਂ ਮਰਡਰ ਲੈ ਲਓ, ਉਹਨੂੰ ਕੇਸ ਕਰਕੇ 1-2 ਦਿਨਾਂ ਦੇ ਵਿੱਚ ਤੇ ਬੜਾ ਨਾਮਣਾ ਕਰਦੇ ਆ ਤੇ ਆਪਦੀ ਬੜੇ ਡਾਂਕੇ ਵੀ ਆਉਂਦੇ ਆ। ਅਸੀਂ 2 ਦਿਨਾਂ 'ਚ ਕਵਰ ਕਰ ਲਿਆ ਜੀ, ਅਸੀਂ 1 ਦਿਨਾਂ 'ਚ ਕਵਰ ਕਰ ਲਿਆ ਜੀ, ਅਸੀਂ 8 ਘੰਟਿਆਂ 'ਚ ਕਵਰ ਕਰ ਲਿਆ ਜੀ। ਤੁਸੀਂ ਇਹ ਦੇਖੋ ਕਿ ਬੁਰਜ ਜਵਾਹਰ ਸਿੰਘ ਵਾਲ ਦਾ ਤੇ ਬਰਗਾੜੀ ਦਾ ਤੇ ਕੋਟਕਪੂਰੇ ਦਾ ਤੇ ਫਰੀਦਕੋਟ ਦਾ ਕੋਈ ਬਾਹਲਾ ਸਹਿਣ ਨਹੀਂਗਾ। ਮੇਰੇ ਹਿਸਾਬ ਨਾਲ 12-14 ਕਿਲੋਮੀਟਰ ਦੇ ਵਿੱਚ ਹੀ ਸਾਰਾ ਏਰੀਆ ਇਹ ਆ ਜਾਂਦਾ, ਜਿੱਥੇ ਇੱਕ ਪੁਲਿਸ ਫੋਰਸ ਦੀ ਕਮੀ ਸੀ, ਹੋਰ ਕੋਈ ਕਮੀ ਨਹੀਂ ਸੀ। ਔਰ ਤੁਸੀਂ ਇਹ ਦੇਖੋ ਕਿ ਇਹਦਾ ਜਿਹੜਾ ਉਹਦਾ ਮੌਜੂਦਾ ਹਾਲਾਤ ਸੀਗੇ ਉਸ ਟਾਈਮ ਦੇ ਉੱਤੇ ਇਹਨੂੰ ਕਿਉਂ ਨਹੀਂ ਫੋਰਸ ਕੀਤਾ ਗਿਆ ਇਹਨੂੰ ਕੇਸ ਕਰਨ ਦਾ, ਕਿ ਜਾਂ ਕਿ ਇਹਦੇ ਉੱਤੇ ਉਸ ਟਾਈਮ ਦਾ ਰਾਜਸੀ ਪ੍ਰਭਾਵ ਸੀ, ਉਸ ਪ੍ਰਭਾਵ ਦੇ ਕਰਕੇ ਇਹਨਾਂ ਨੂੰ ਰੋਕਿਆ ਗਿਆ। ਔਰ ਪੁਲਿਸ ਅਫਸਰਾਂ ਨੇ ਜਿਹੜੀਆਂ ਆਪਦੀ ਮਨਮਰਜ਼ੀ ਦੀਆਂ ਕਹਾਣੀਆਂ ਘੜੀਆਂ ਜਾਂ ਕਿ ਮਤਲਬ ਇਹਦਾ ਟਾਈਮ ਪਾਸ ਕੀਤਾ, ਉਹਦਾ ਕਾਰਨ ਕੀ ਸੀਗਾ? ਤੁਸੀਂ ਇਹ ਦੇਖੋ ਕਿ ਪਹਿਲਾਂ ਤੋਂ ਇਹ ਜਿਹੜਾ ਸੀਗਾ, ਤੁਸੀਂ ਕਹਿ ਰਹੇ ਹੋ ਜੀ ਕੁਝ। ਰਾਮ ਸ਼ਰਮਾ ਜੀ, ਬਿਲਕੁਲ ਕਲੀਅਰ ਹੈ ਗੱਲ, ਸ਼ੁਰੂ ਤੋਂ ਹੀ ਇਸ਼ਾਰਾ ਡੇਰੇ ਵੱਲ ਨੂੰ ਜਾਂਦਾ ਸੀ, ਮੌੜ ਬਲਾਸਟ ਦਾ ਇਸ਼ਾਰਾ ਵੀ ਡੇਰੇ ਵੱਲ ਨੂੰ ਜਾਂਦਾ ਸੀ, ਪਰ ਸਹੀ ਤਰੀਕੇ ਨਾਲ ਤਫਤੀਸ਼ ਨਹੀਂ ਹੋਈ। ਹਾਂਜੀ, ਪਰ ਪ੍ਰੋਬਲਮ ਇਹ ਹੈ ਕਿ ਜਿਹਨੂੰ ਪੁਸਤ ਪਨਾਹੀ ਕੀਤੀ ਹੈ ਇਹਨਾਂ ਦੀ,
ਉਹ ਸੁੱਕੇ ਕਿਉਂ ਜਾਣ? ਤੁਸੀਂ ਇਹ ਦੇਖੋ ਕਿ ਹੁਣ ਜੇ ਕੋਈ ਅਦਾਲਤ ਦੇ ਵਿੱਚ ਜਾਊਗਾ ਨਾ ਇਹ ਕੇਸ ਆ, ਇਹ ਇੰਨਾ ਸੌਖਾ ਮਿਲੇਗਾ ਕਿ ਅਦਾਲਤਾਂ ਦੇ ਵਿੱਚ ਜਿਹੜੇ ਉਹਨਾਂ ਦੇ ਡਿਫੈਂਸ ਦੇ ਵਕੀਲ ਹੋਣਗੇ ਉਹ ਵਾਲ ਦੀ ਖੱਲ ਲਾਉਣਗੇ ਅੰਦਰ ਜਾ ਕੇ, ਤੁਹਾਨੂੰ ਪਤਾ ਆਲਰੇਡੀ ਤੁਸੀਂ ਕਾਫੀ ਮੁਹਾਰਤ ਰੱਖਦੇ ਹੋ ਜੀ। ਔਰ ਤੁਸੀਂ ਇਹ ਦੇਖੋ ਕਿ ਕਈ ਜਿਹੜੇ ਸਬੂਤ ਆ ਉਹ ਗਾਇਬ ਕਰ ਦਿੱਤੇ ਗਏ। ਜਿਹੜਾ ਮੁੱਖ ਟਾਈਮ ਦਾ ਜੋ ਦੋਸ਼ੀ ਸੀ ਜਿਹਨੇ ਹੋਰ ਕਈ ਲੋਕ ਨੰਗੇ ਕਰਨੇ ਸੀ ਔਰ ਉਹਦਾ ਮਰਡਰ ਕਰ ਦਿੱਤਾ ਗਿਆ, ਉਹਦਾ ਵੀ ਕਾਰਨ ਹੈ ਕਿ ਉਹਦੇ ਪਿੱਛੇ ਕੀ ਹੋਰ ਸੀਗਾ। ਕੀ ਉਦੋਂ ਦੀ ਮੌਜੂਦਾ ਸਰਕਾਰ ਨੇ CBI ਨੂੰ ਜ਼ਿਆਦਾ ਕਲੀਨ ਜਾਂ ਜ਼ਿਆਦਾ ਤਾਕਤਵਰ ਸਮਝਿਆ? ਉਦੋਂ ਹੀ ਜਿਹੜੀ ਇਹ ਤਾਕਤ ਸੀਗੀ ਇਹ ਪੰਜਾਬ ਗੌਰਮੈਂਟ ਨੂੰ ਜਾਂ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਦਿੱਤੀ ਗਈ ਕਿ ਉਹ ਇਹਨੂੰ ਕੇਸ ਕਰਦੇ? ਉਦੋਂ ਜਿਹੜੀ ਸੀਗੀ ਜਾਂ ਤਾਂ ਇਹਨੂੰ ਇਹਦੇ ਚੋਂ ਲੋਕ ਬਰੀ ਹੋ ਜਾਂਦੇ ਤੇ ਜਾਂ ਉਹਨਾਂ ਨੂੰ ਚੰਗੀ ਸਜ਼ਾ ਮਿਲ ਜਾਂਦੀ। ਔਰ ਹੁਣ ਤੱਕ ਇਹ ਫੈਸਲਾ ਹੋਇਆ ਹੁੰਦਾ। ਔਰ ਇਹ ਤੁਸੀਂ ਦੇਖੋ ਕਿ 84 ਦੇ ਬਦਲੇ ਨੂੰ ਧੌਣਾ ਇਹ ਕਾਂਡ ਹੈ, ਪਰ ਇਹਦੇ 'ਚ ਨਿਕਲੂਗਾ ਕੀ ਆਪਾਂ ਦੇਖਾਂਗੇ। ਥੈਂਕ ਯੂ ਵੈਰੀ ਮਚ। ਮਿਹਰਬਾਨੀ ਰਾਮ ਸ਼ਰਮਾ ਜੀ। ਵਾਕਈ ਇੰਨੀ ਦੇਰ ਕਿਉਂ ਲੱਗ ਗਈ? ਇੱਕ ਇਹਦਾ ਕਾਰਨ ਇਹ ਵੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ CBI ਨੂੰ ਪਹਿਲਾਂ ਇਹ ਜਾਂਚ ਦਿੱਤੀ ਗਈ ਸੀ। ਮੇਰੇ ਹਿਸਾਬ ਦੇ ਨਾਲ CBI ਕੋਲ ਇਹੋ ਜੀ ਕੋਈ ਇਹੋ ਜੀ ਤਾਕਤ ਨਹੀਂ, ਕੋਈ ਉਹਨਾਂ ਕੋਲ ਐਕਸਪਰਟੀਜ਼ ਨਹੀਂ, ਮਹਾਰਤਾ ਨਹੀਂ ਵੀ ਇਹੋ ਜਿਹੇ ਕੇਸ ਬੇਅਦਬੀ ਦੇ ਕੇਸਿਸ ਦੇ ਵਿੱਚ ਦੀ ਸਹੀ ਜਾਂਚ ਉਹ ਕਰ ਸਕੇ। ਇਹ ਜਾਂਚ ਸ਼ੁਰੂ ਤੋਂ ਹੀ ਪੰਜਾਬ ਪੁਲਿਸ ਨੂੰ ਹੀ ਕਰਨੀ ਚਾਹੀਦੀ ਸੀ, ਪਰ ਚੰਗੇ ਅਫਸਰ ਇਹਦੇ 'ਚ ਲੱਗਣੇ ਚਾਹੀਦੇ ਸੀ। ਔਰ ਰਣਬੀਰ ਸਿੰਘ ਖੱਟੜਾ ਇਸ ਕੇਸ ਦੀ ਬਹੁਤ ਸਹੀ ਜਾਂਚ ਕਰ ਰਹੇ ਆ। ਲੇਕਿਨ ਦੇਵਿੰਦਰ ਸਿੱਧੂ ਨੇ ਸਵਾਲ ਉਹਨਾਂ ਦੇ ਉੱਤੇ ਵੀ ਉਠਾਇਆ ਵਾ। ਉਹ ਕਹਿ ਰਹੇ ਨੇ ਕਿ ਰਣਬੀਰ ਸਿੰਘ ਖੱਟੜਾ ਦੇ ਫਾਦਰ ਅਕਾਲੀ ਲੀਡਰ ਪਟਿਆਲੇ ਤੋਂ ਨੇ ਜਾਂ ਸਨ। ਦੇਖੋ ਦੇਵਿੰਦਰ ਜੀ, ਹੋ ਸਕਦਾ ਵਾ ਰਿਸ਼ਤੇਦਾਰੀ ਹੋਵੇ, ਪਰ ਆਪਾਂ ਹਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਇੱਥੇ ਰਿਸ਼ਤੇਦਾਰੀਆਂ ਕਾਫੀ ਹੈਗੀਆਂ ਵਾ, ਪਰ ਆਪਾਂ ਇਹ ਰਿਸ਼ਤੇਦਾਰੀਆਂ ਦੇ ਬੇਸ ਦੇ ਉੱਤੇ ਕਿਸੇ ਅਫਸਰ ਦੇ ਉੱਤੇ ਸਵਾਲ ਨਹੀਂ ਆਪਾਂ ਨੂੰ ਚੁੱਕਣੇ ਚਾਹੀਦੇ। ਹੁਣ ਤੱਕ ਦੀ ਇਨਕੁਆਇਰੀ ਜਿਹੜੀ ਆ ਉਹ ਬਹੁਤ ਸਹੀ ਇਨਕੁਆਇਰੀ ਉਹਨਾਂ ਨੇ ਕੀਤੀ ਹੈ। ਅੱਗੇ ਕੀ ਹੋਊਗਾ ਇਹਦੇ ਬਾਰੇ ਮੈਂ ਕੋਈ ਨਹੀਂ ਕਹਿ ਸਕਦਾ। ਅਰਸ਼ਦੀਪ ਸਿੰਘ ਬਾਜਵਾ ਕਹਿ ਰਹੇ ਨੇ ਨਾਮਜ਼ਦ ਅਤੇ ਦੋਸ਼ੀ ਸਿੱਧ ਹੋਣ ਵਿੱਚ ਬਹੁਤ ਫਰਕ ਹੈ। ਬਿਲਕੁਲ ਬਹੁਤ ਫਰਕ ਹੈ ਜੀ। ਹਾਲੇ ਸਿਰਫ ਨਾਮਜ਼ਦ ਹੋਏ ਆ ਜਿਹਦੇ ਪ੍ਰੋਡਕਸ਼ਨ ਵਾਰੰਟ ਲਏ ਜਾ ਸਕਦੇ ਆ, ਅਰੈਸਟ ਕੀਤੀ ਜਾ ਸਕਦੀ, ਕੁਐਸਚਨਿੰਗ ਹੋ ਸਕਦੀ ਆ। ਦੋਸ਼ੀ ਸਿੱਧ ਹੋਣਾ ਕੋਰਟ ਨੇ ਕਰਨਾ ਵਾ। ਔਰ ਮੈਂ ਫਿਰ ਕਹਿ ਰਿਹਾ ਵੀ ਉਹਦੇ 'ਚ ਇੱਕ ਬਹੁਤ ਅਹਿਮ ਕੜੀ ਮਹਿੰਦਰਪਾਲ ਬਿੱਟੂ ਦੀ ਮਿਸਿੰਗ ਹੋ ਗਈ ਆ, ਕਿਉਂਕਿ ਸ਼ਾਇਦ ਇੰਸਟਰਕਸ਼ਨਸ ਉੱਪਰੋਂ ਡੇਰਾ ਮੁਖੀ ਤੋਂ ਜਾਂ ਉੱਤੋਂ ਨੈਸ਼ਨਲ ਕਮੇਟੀ ਤੋਂ ਜਿਹੜੀ ਵੀ ਜਿੱਥੋਂ ਵੀ ਇੰਸਟਰਕਸ਼ਨਸ ਆਈਆਂ ਉਹ ਉਹਦੇ ਥਰੂ ਪਾਸ ਹੋਈਆਂ ਹੋਣੀਆਂ ਥੱਲੇ, ਔਰ ਉਹ ਇਸ ਵੇਲੇ ਦੁਨੀਆ ਦੇ ਵਿੱਚ ਨਹੀਂ ਹੈ। ਸੋ ਜਿਹੜੇ ਲੋਕਾਂ ਨੇ ਵੀ ਉਹਨੂੰ ਮਾਰਿਆ ਉਹਨਾਂ ਨੇ ਸ਼ਾਇਦ ਅਣਜਾਣੇ ਦੇ ਵਿੱਚ ਹੋ ਸਕਦਾ ਉਹਨਾਂ ਨੂੰ ਇਹ ਸ਼ਾਇਦ ਪਤਾ ਹੀ ਨਹੀਂ ਸੀ ਵੀ ਅਸੀਂ ਇਸ ਕੇਸ ਦੀ ਤਫਤੀਸ਼ ਦੇ ਵਿੱਚ ਸ਼ਾਇਦ ਅਸੀਂ ਕਿੰਨਾ ਨੁਕਸਾਨ ਕਰ ਰਹੇ ਹਾਂ। ਰਵਿੰਦਰ ਸਿੰਘ ਸੋਢੀ, ਹਰਜਿੰਦਰ ਬਰਾੜ ਸੁਖਨਾ, ਰਣ ਵਿਜੇ ਸਿੰਘ ਚੌਹਾਨ ਤੇ ਸਾਧੂ ਸਿੰਘ ਸੰਧੂ ਵੀ ਸਾਡੇ ਨਾਲ ਜੁੜੇ ਨੇ। ਰਣ ਵਿਜੇ ਸਿੰਘ ਚੌਹਾਨ ਕਹਿ ਰਹੇ ਨੇ ਕਿ ਇਹਦੇ 'ਚ ਜਿਹੜੇ ਲੋਕੀ ਡੇਰੇ ਦੀਆਂ ਵੋਟਾਂ ਲੱਭਦੇ ਸਨ ਉਹ ਉਹਨਾਂ ਨੂੰ ਜ਼ਰੂਰ ਨੁਕਸਾਨ ਹੋਊਗਾ। ਉਹਨਾਂ ਨੇ ਕੁਝ 2-3 ਪਾਰਟੀਆਂ ਦੇ ਨਾਮ ਵੀ ਲਏ ਆ, BJP, ਅਕਾਲੀ ਦਲ, ਕਾਂਗਰਸ, ਔਰ ਉਹਨਾਂ ਨੂੰ ਲੱਗਦਾ ਵਾ ਵੀ ਇਹ ਹੁਣ ਤੱਕ ਇਹਨਾਂ ਨੇ ਇਸੇ ਕਰਕੇ ਡੇਰੇ ਦੀ ਅਰੈਸਟ ਨਹੀਂ ਹੋਣ ਦਿੱਤੀ। ਡੇਰਾ ਮੁਖੀ ਬਹੁਤ ਤਾਕਤਵਰ ਸ਼ਖਸ ਸੀਗਾ, ਵੋਟਾਂ ਤੋਂ ਇਲਾਵਾ ਬੜੀ ਉਹਦੀ ਫੋਲੋਇੰਗ ਸੀ, ਔਰ ਜਿਸ ਵੇਲੇ ਉਹਨੂੰ ਬਲਾਤਕਾਰ ਕੇਸ ਦੇ ਵਿੱਚ ਸਜ਼ਾ ਮਿਲੀ ਆ ਉਸ ਤੋਂ ਬਾਅਦ ਉਹਦੀ ਥੋੜੀ ਜੀ ਉਹਦਾ ਇਨਫਲੂਐਂਸ ਜਿਹੜਾ ਵਾ ਉਹ ਘਟਿਆ ਵਾ। ਦੇਵਿੰਦਰ ਸਿੱਧੂ ਕਹਿ ਰਹੇ ਨੇ, ਮੰਨਦੇ ਨੇ ਕਿ ਖੱਟੜਾ ਇੱਕ ਅੰਮ੍ਰਿਤਧਾਰੀ ਸਿੱਖ ਨੇ ਔਰ ਉਹ ਆਸ ਕਰਦੇ ਆ ਕਿ ਉਹ ਇਨਸਾਫ ਇਹਦੇ 'ਚ ਜ਼ਰੂਰ ਦਿਵਾਉਣਗੇ। ਮੈਂ ਵੀ ਇਸੇ ਚੀਜ਼ ਦੀ ਆਸ ਕਰਦਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਮੈਂ ਬੋਬੀ ਸਿੰਘ ਬੋਲ ਰਿਹਾ ਜੀ। ਹਾਂਜੀ ਬੋਬੀ ਸਿੰਘ ਜੀ, ਸਵਾਗਤ ਹੈ। ਕੀ ਲੱਗਦਾ ਵਾ ਇਸ ਕੇਸ ਦੇ ਵਿੱਚ ਤਫਤੀਸ਼ ਸਹੀ ਡਾਇਰੈਕਸ਼ਨ 'ਚ ਜਾਰੀ ਹੈ ਹੁਣ? ਹਾਂ ਸੰਧੂ ਸਾਹਿਬ, ਗੱਲ ਇਹ ਨਾ ਆ ਵੀ ਜਿਹੜੀ ਇਹ ਤਫਤੀਸ਼ ਤਾਂ ਸਾਰੀ ਮੁਕੰਮਲ ਹੋ ਚੁੱਕੀ ਆ ਕਦੋਂ ਦੀ, ਕਾਫੀ ਦੇਰ ਤੋਂ ਜੀ, ਲੇਕਿਨ ਸਿਰਫ ਇੰਸਟਰਕਸ਼ਨ ਹੁਣ ਆਣੀਆਂ ਸ਼ੁਰੂ ਹੋਈਆਂ ਤੇ ਕਾਰਵਾਈ ਹੁਣ ਸ਼ੁਰੂ ਹੋਈ ਹੈ। ਉਹਦਾ ਰੀਜ਼ਨ ਸੰਧੂ ਸਾਹਿਬ ਮੈਂ ਦੱਸਦਾ ਵੀ ਕੀ ਹੈ। ਉਹਦਾ ਰੀਜ਼ਨ ਇਹ ਹੈ ਕਿ ਪੰਜਾਬ ਦੇ ਵਿੱਚ ਹੁਣ ਤੀਜਾ ਫਰੰਟ ਬਣਨ ਜਾ ਰਿਹਾ, ਨੋ ਡਾਊਟ, ਔਰ ਸਟਰੋਂਗ ਫਰੰਟ ਬਣਨ ਜਾ ਰਿਹਾ। ਓਕੇ, ਇਸ ਕਰਕੇ ਇਹਨਾਂ ਕਾਂਗਰਸ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਇਹ ਚਾਹੁੰਦੇ ਆ ਇਸ ਗੱਲ ਦਾ ਕ੍ਰੈਡਿਟ ਲੈਣਾ, ਇਹ ਚਾਹੁੰਦੇ ਨੇ। ਸੋ ਤੁਹਾਨੂੰ ਲੱਗਦਾ ਵਾ ਵੀ ਸਿਆਸੀ ਕਾਰਨ ਹੈ ਜਿਹੜੀ ਤਫਤੀਸ਼ ਹੁਣ ਅੱਗੇ ਚੱਲੀ ਹੈ? ਹਾਂਜੀ ਬਿਲਕੁਲ ਬਿਲਕੁਲ, ਨੋ ਡਾਊਟ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਤੀਜਾ ਫਰੰਟ ਜਿਹੜਾ ਆਉਣਾ ਹੀ ਆਉਣਾ ਹੈ, ਇਹ ਹੁਣ ਪੱਕਾ ਹੋ ਗਿਆ ਹੈ। ਓਕੇ, ਪੱਥਰ ਤੇ ਲਕੀਰ ਹੈ। ਮਿਹਰਬਾਨੀ ਬੋਬੀ ਸਿੰਘ ਨੂੰ ਲੱਗਦਾ ਵਾ ਥਰਡ ਫਰੰਟ ਨੂੰ ਪਾਸੇ ਰੱਖਣ ਵਾਸਤੇ, ਦੂਰ ਰੱਖਣ ਵਾਸਤੇ ਇਹਦੀ ਤਫਤੀਸ਼ ਹੁਣ ਅੱਗੇ ਵਧ ਰਹੀ ਆ। ਮੈਂ ਇਹ ਦੱਸਣਾ ਚਾਹੁੰਦਾ ਵਾਂ ਵੀ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਜੇ ਇਹ ਕੁਝ ਪੁਰਾਣੀਆਂ ਤਸਵੀਰਾਂ ਵਾਂ, ਕੁਝ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜਿਹੜੇ ਉੱਥੇ ਡੈਮੋਸਟ੍ਰੇਸ਼ਨਸ ਹੋਈ ਉਹਨਾਂ ਦੀਆਂ ਤਸਵੀਰਾਂ ਵਾਂ, ਕੁਝ ਜਿਹੜੋਂ ਡੇਰਾ ਮੁਖੀ ਨੂੰ
ਪੰਚਕੂਲਾ ਕੋਰਟ ਦੇ ਵਿੱਚ ਜਦੋਂ ਪੇਸ਼ ਹੋਇਆ ਉਸ ਵੇਲੇ ਦੀਆਂ ਤਸਵੀਰਾਂ ਵਾ। ਸੋ ਇਹ ਸਾਰੀਆਂ ਪੁਰਾਣੀਆਂ ਤਸਵੀਰਾਂ ਇਸ ਵੇਲੇ ਆਲਮੋਸਟ ਸਾਡੇ ਕੋਲ ਕਰੀਬ 25-30 ਕਮੈਂਟ ਬਾਜ਼ ਔਰ ਗਰਬ ਪੰਜਾਬ ਦੇ ਫੇਸਬੁੱਕ ਪੇਜ ਦੇ ਉੱਪਰ ਵੀ ਆ ਗਏ ਆ। ਮੇਰੀ ਕੋਸ਼ਿਸ਼ ਆ ਕਿ ਨਾਲ ਨਾਲ ਮੈਂ ਕੁਝ ਕਮੈਂਟ ਤੁਹਾਡੇ ਨਾਲ ਸਾਂਝਾ ਵੀ ਕਰ ਦੇਣਾ। ਸਾਧੂ ਸਿੰਘ ਸੰਧੂ ਕਹਿ ਰਹੇ ਨੇ ਕੈਪਟਨ ਸਾਹਿਬ ਨੇ ਅਖੀਰੀ ਹਥਿਆਰ ਉਹਨਾਂ ਨੇ ਵਰਤਿਆ ਵਾ, ਸਿੱਖ ਵੋਟਾਂ ਨੂੰ ਭਰਮਾਉਣ ਲਈ ਉਹਨਾਂ ਨੇ ਇਹ ਹਥਿਆਰ ਜਿਹੜਾ ਵਾ ਇਹ ਵਰਤਿਆ। ਰਣਵਿਜੇ ਸਿੰਘ ਚੌਹਾਨ ਕਹਿ ਰਹੇ ਨੇ ਇਹ ਨਾ ਹੋਵੇ ਕਿ ਬੀਜੇਪੀ ਇਸ ਕੇਸ ਵਿੱਚੋਂ ਸਰਸੇ ਵਾਲੇ ਨੂੰ ਬਰੀ ਕਰਵਾ ਲਵੇ ਤੇ 2022 ਚ ਪ੍ਰੇਮੀਆਂ ਦੀਆਂ ਵੋਟਾਂ ਕਿਤੇ ਉਹ ਪੱਕੀਆਂ ਨਾ ਕਰ ਜਾਣ। ਇਹ ਰਣਵਿਜੇ ਸਿੰਘ ਚੌਹਾਨ ਹੁਣਾਂ ਦਾ ਵਿਚਾਰ ਹੈ। ਇਹ ਸਾਰੇ ਗੱਲਾਂ ਇਸ ਤਰ੍ਹਾਂ ਇਸ ਕਰਕੇ ਹੋ ਰਹੀਆਂ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਪ੍ਰਮੁੱਖ ਪਾਰਟੀਆਂ ਜਿਹੜੀਆਂ ਵਾ ਇਹ ਡੇਰਾ ਦੀਆਂ ਵੋਟਾਂ ਦਾ ਆਸਰਾ ਲੈਂਦੇ ਰਹੀਆਂ, ਸਹਾਰਾ ਲੈਂਦੀਆਂ ਰਹੀਆਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਹਾਂਜੀ ਸੋਢੀ ਸਾਹਿਬ ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ ਗੱਲ ਇਹ ਆ ਜੀ ਵੀ ਸਾਡੇ ਨਾ ਸਾਰੀ ਮਤਲਬ ਦੁਨੀਆ ਨਾਲੋਂ ਵੱਖਰੀ ਰਾਜਨੀਤੀ ਹੁੰਦੀ ਹੈ ਇੰਡੀਆ ਦੇ ਵਿੱਚ। ਇੰਡੀਆ ਦੀ ਰਾਜਨੀਤੀ ਵੱਖਰੀ ਆ, ਪੰਜਾਬ ਦੀ ਹੋਰ ਵੱਖਰੀ ਆ। ਪੰਜਾਬ ਦੀ ਐਗਜ਼ੈਕਟਲੀ ਹੋਰ ਵੀ ਵੱਖਰੀ ਆ। ਦੇਖੋ ਇਹ ਜਿਹੜੀ ਹੁਣ ਕਹਾਣੀ ਹੋਈ ਆ ਨਾ ਇਹਦੇ ਉੱਤੇ 2-3 ਕਿਸਮ ਦੀਆਂ ਸੂਈਆਂ ਘੁੰਮਦੀਆਂ ਇਹਦੇ ਉੱਤੇ। ਹੁਣ ਪਤਾ ਨਹੀਂ ਸੱਚਾਈ ਕੀ ਆ। ਚਲੋ ਆਪਾਂ ਮਤਲਬ ਗੁੱਡ ਵਿਸ਼ੇਸ਼ ਪੰਜਾਬ ਨੂੰ ਜਾਂ ਗੁੱਡ ਵਿਸ਼ੇਸ਼ ਬਾਕੀ ਸਾਰਿਆਂ ਦੇ ਕੇ ਆਪਾਂ ਕਹਿੰਦੇ ਵੀ ਚਲੋ ਪੁਲਿਸ ਆਪਣੀ ਡਿਊਟੀ ਨਿਭਾ ਰਹੀ ਆ। ਅਗਰ ਇਹ ਸੱਚਾਈ ਹੈ ਤਾਂ ਬਹੁਤ ਵਧੀਆ ਵਾ, ਟਰੈਕ ਤੇ ਆ ਗਈ ਆ ਇਨਕੁਆਇਰੀ। ਪਰ ਗੱਲ ਇਹ ਆ ਵੀ ਤੁਹਾਨੂੰ ਮਤਲਬ ਸਾਨੂੰ ਅਸਲ ਦੇ ਵਿੱਚ ਕਹਾਣੀ ਪਤਾ ਕੀ ਹੁੰਦੀ ਆ ਵੀ ਗੱਲਾਂ ਇੰਨੀਆਂ ਜਾ ਅੱਗੇ ਕਿਤੇ ਸਾਲ ਵਰੇ ਸਮਾਂ ਹੀ ਇੱਕ ਦੀ ਗੱਲ ਹੁੰਦੀ ਸੀ, ਲੋਕਾਂ ਦੇ ਜ਼ਿਹਨ 'ਚ ਰਹਿੰਦੀ ਸੀ। ਹੁਣ ਦਿਹਾੜੀ 'ਚ 3 ਵਾਰੀ ਰੋਟੀ ਖਾਈਦੀ ਤੇ 3 ਵਾਰਾਂ ਖਬਰਾਂ ਬਦਲ ਜਾਂਦੀਆਂ। ਅੱਜ ਉੱਥੇ ਗਲਵਾਨ ਵੈਲੀ 'ਚ ਆ ਹੋ ਗਿਆ ਤੇ ਅੱਜ ਉੱਥੇ ਆ ਹੋ ਗਿਆ ਤੇ ਅੱਜ ਉੱਥੇ ਉਹ ਹੋ ਗਿਆ। ਮਤਲਬ ਗੱਲ ਦਾ ਸਿਰ ਪੈ ਸਕਦਾ। ਇੱਕ ਬੰਨੇ ਮਤਲਬ ਜਿੱਦਾਂ ਕਿ ਮੈਂ ਉਹ ਗੱਲ ਕਰਨੀ ਨਹੀਂ ਚਾਹੁੰਦਾ ਲੇਕਿਨ ਐਵੇਂ ਹੀ ਜਿਹੜੀ ਗੱਲ ਚੱਲ ਰਹੀ ਵੀ ਇੱਕ ਬੰਨੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਜ਼ਖਮੀ ਫੌਜੀਆਂ ਦੇ ਨਾਲ ਕੋਈ ਵਾਰਤਾਲਾਪ ਕਰ ਰਹੇ ਆ ਤੇ ਦੂਜੇ ਪਾਸੇ ਮਤਲਬ ਸੋਸ਼ਲ ਮੀਡੀਆ ਤੇ ਧੂੜੀ ਪੁੱਟੀ ਆ ਵੀ ਉਹ ਤੇ ਫੌਜੀ ਹੈ ਹੀ ਨਹੀਂ, ਪਤਾ ਨਹੀਂ ਕਿੱਥੇ ਆ, ਵੀ ਉਹ ਕੋਈ ਉੱਥੇ ਗਲੂਕੋਸ ਸਟੈਂਡ ਦੇਂਗੇ, ਕੋਈ ਦਵਾਈਆਂ ਨਹੀਂ ਗੀਆਂ, ਕੋਈ ਉਹਨਾਂ ਦੀਆਂ ਜੁੱਤੀਆਂ ਨਹੀਂ ਗੀਆਂ, ਟੀ-ਸ਼ਰਟਾਂ ਪਾ ਕੇ -ਡਿਗਰੀ 'ਚ ਫੌਜੀ ਬੈਠੇ। ਮਤਲਬ ਗੱਲ ਇਹ ਵੀ ਗੱਲ ਨੂੰ ਪਾਸੇ ਲਾਉਣ ਵਾਸਤੇ ਉਹਦੇ ਤੇ ਇਸ ਕਿਸਮ ਦੇ ਵੀ ਲੱਗ ਰਿਹਾ ਐਲੀਗੇਸ਼ਨ। ਇਸ ਕਰਕੇ ਆਪਾਂ ਇਹ ਗੱਲ ਨੂੰ ਜਿਹੜਾ ਰਾਮ ਰਹੀਮ ਵਾਲੀ ਹੈ ਇਹਨੂੰ ਇਸ ਗੱਲ ਨੂੰ ਪਰੇ ਨਹੀਂ ਸੁੱਟ ਸਕਦੇ ਕਿ ਬਈ ਜੇ ਤੇ ਉਹ ਅਜੇ ਉਹਨੂੰ ਦੋਸ਼ੀ ਐਲਾਨਿਆ ਵਾ, ਜੇ ਮਤਲਬ ਕਿ ਉਹਦੇ ਤੇ ਵਾਕਿਆ ਇੰਟਰੋਗੇਸ਼ਨ ਅੱਬਲ ਤੇ ਉਹ ਪੰਜਾਬ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਦੇਣਾ ਹੀ ਨਹੀਂ ਕਿਉਂਕਿ ਜਦੋਂ ਇਹਦੀ ਅਰੈਸਟ ਹੋਈ ਸੀ 40-50 ਬੰਦੇ ਉੱਥੇ ਮਰ ਗਏ ਸੀ, ਚਾਹੇ ਉਹ ਆਪਸੀ ਗੋਲੀ ਸੀ ਚਾਹੇ ਪੁਲਿਸ ਦੀ ਗੋਲੀ ਸੀ ਤੇ ਕਰੋਨਾ ਦਾ ਨੁਕਸਾਨ ਹੋ ਗਿਆ ਸੀ। ਇਹਨੂੰ ਕਿਸੇ ਵੀ ਮਤਲਬ ਗ੍ਰਹਿ ਮੰਤਰਾਲੇ ਨੇ ਇਹਨੂੰ ਨਹੀਂ ਪ੍ਰੋਟੈਕਸ਼ਨ ਵਾਰੰਟ ਤੇ ਦੇਣਾ, ਮੈਨੂੰ ਪੰਜਾਬ ਲਿਆ ਕੇ ਇਨਕੁਆਇਰੀ ਕੀਤੀ ਜਾਏ ਤੇ ਉੱਥੇ ਸਨਾਰੀਆ ਜੇਲ੍ਹ ਦੇ ਵਿੱਚ ਜਾਂ ਮਤਲਬ ਵੀਡੀਓ ਕਾਨਫਰੰਸਿੰਗ ਰਾਹੀਂ ਇਹਦੀ ਇਨਕੁਆਇਰੀ ਹੋਈ ਤੇ ਮੈਂ ਨਹੀਂ ਸਮਝਦਾ ਵੀ ਕੋਈ ਲਾਭ ਹੋਵੇ। ਉਹਦੇ ਤੋਂ ਉਲਟਾ ਵੀ ਜੇ ਉਸ ਕੇਸ ਦੇ ਵਿੱਚ ਇਨਕੁਆਇਰੀ 'ਚ ਕਿਤੇ ਇਹ ਬਰੀ ਹੋ ਗਿਆ ਤੇ ਇਹ ਲੋਕਾਂ ਨੇ ਢੋਲ ਵਜਾਉਣੇ ਵੀ ਇਹਨੂੰ ਬਾਕੀ ਕੇਸਾਂ 'ਚ ਵੀ ਇਹ ਝੂਠਾ ਹੀ ਹੈ, ਬਾਕੀਆਂ 'ਚ ਵੀ ਇਹਨੂੰ ਬਰੀ ਕਰ ਦਿਓ ਵੀ ਇਹ ਦੋਸ਼ੀ ਨਹੀਂ ਬਣਦਾ। ਇੱਕ ਗੱਲ ਇਹ ਆ। ਦੂਜੀ ਗੱਲ ਇਹ ਆ ਵੀ ਜਿੱਦਾਂ ਇੱਕ ਚਿੱਠੀ ਗਈ ਸੀ ਸੈਸ਼ਨ ਜੱਜ ਫਰੀਦਕੋਟ ਨੂੰ ਵੀ ਬਾਦਲਾਂ ਦਾ ਵੀ ਇਹਦੇ 'ਚ ਅਕਿਊਜ਼ ਨੇ ਤੇ ਇਸ ਕਰਕੇ ਫਲਾਣੇ ਹਰਜਿੰਦਰ ਸਿੰਘ ਜੱਜ ਨੂੰ ਇਹਦੀ ਇਨਕੁਆਇਰੀ ਨਾ ਦਿੱਤੀ ਜਾਵੇ। ਹੋ ਸਕਦਾ ਕੋਈ ਸੈਂਟਰ ਦਾ ਵੀ ਪ੍ਰੈਸ਼ਰ ਹੋਵੇ ਵੀ ਜਿਹੜੀ ਇਹਨਾਂ ਨੇ 22 ਦੀ ਇਲੈਕਸ਼ਨ ਸੀਟਾਂ ਲੈ ਦੇ ਕਰਨੀਆਂ ਵੀ ਅਕਾਲੀਆਂ ਤੇ ਦਬਾਅ ਬਣਾ ਦਿਓ ਵੀ ਤੁਹਾਡੇ ਜਾਂ ਸਾਨੂੰ ਸੀਟਾਂ ਵੱਧ ਦਿਓ ਨਹੀਂ ਤੇ ਤੁਹਾਨੂੰ ਇਸ ਕੇਸ 'ਚ ਟੰਗਾਂਗੇ। ਇਹ ਵੀ ਹੋ ਸਕਦੀ ਆ। ਤੀਜੇ ਨੰਬਰ ਤੇ ਜਿਹੜੀ ਪੰਜਾਬ ਦੇ ਮਾੜੇ ਹਾਲਾਤਾਂ ਦੀ ਗੱਲ ਹੋਈ ਆ, ਹੁਣ ਵੇਖੋ ਨਾ ਜੇ 2020 ਵਾਲੀ ਗੱਲ ਗੁਰਪਤਵੰਤ ਪੰਨੂ ਨੇ ਕੀਤੀ ਤੇ ਅਮਰੀਕਾ ਬੈਠਾ ਜਾਂ ਕੈਨੇਡਾ ਜਾਂਦਾ, ਇੰਗਲੈਂਡ ਗਿਆ, ਜਨੇਵਾ 'ਚ, ਇੰਡੀਆ 'ਚ ਉਹ ਆਇਆ ਹੀ ਨਹੀਂ। ਜੇ ਉਹ ਖਾਲਿਸਤਾਨ ਦੀ ਮੰਗ ਕਰਦਾ ਤੇ ਉਹਨੂੰ ਸੈਂਟਰ ਗੌਰਮੈਂਟ ਜਾਣੇ ਜਾਂ ਪੰਜਾਬ ਗੌਰਮੈਂਟ ਜਾਣੇ ਜਾਂ ਸਾਡੀਆਂ ਜਿਹੜੀਆਂ ਕੇਂਦਰੀ ਮਤਲਬ ਪੁਲਿਸ ਬਲ ਨੇ ਉਹ ਜਾਣਨ। ਇੱਕ ਪਬਲਿਕ ਦੇ ਬੰਦੇ ਨੂੰ ਉਹਦੇ ਤੇ ਬਿਆਨ ਦੇਣ ਦਾ ਕੀ ਆ ਵੀ ਉਹ ਜਿਹੜੀ ਸੁਧੀਰ ਸੂਰੀ ਨੇ ਉਹ ਸਿੱਖਾਂ ਨੂੰ ਗਾਲ ਵਾਈ ਜਿਹੜੀ ਕੋਈ ਸੁਣ ਨਹੀਂ ਸਕਦਾ ਔਰ ਫੇਸਬੁੱਕ ਤੇ ਸ਼ਰੇਆਮ। ਉਧਰ ਇੱਕ ਉਹ ਤੁਹਾਡਾ ਉਹ ਹੈਗਾ ਨਿਸ਼ਾਂਤ ਸ਼ਰਮਾ ਉਹ ਬੋਲੀ ਜਾਂਦਾ। ਉਹਨਾਂ ਗੱਲਾਂ ਤੇ ਨਾ ਕੋਈ ਕਾਂਗਰਸ ਬੋਲੀ ਆ ਨਾ ਕੋਈ ਅਕਾਲੀ ਬੋਲਿਆ। ਹੁਣ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣੀ ਜਾਂ ਇੱਕ ਸਾਬਤ ਸੂਰਤ
ਸਿੱਖ ਨੂੰ ਗਾਲਾਂ ਕੱਢਣੀਆਂ, ਨੰਗੀਆਂ ਗੰਦੀਆਂ ਫੋਸ਼ ਗਾਲਾਂ, ਤੇ ਮੈਨੂੰ ਨਹੀਂ ਸਮਝ ਲੱਗਦੀ ਕੋਈ ਬਹੁਤਾ ਫਰਕ ਹੋਵੇ। ਸਿਮਿਲਰ ਦੀ ਗੱਲ ਹੁੰਦੀ ਆ ਤੇ ਸਰਕਾਰਾਂ ਕਰਦੀਆਂ ਕੱਖ ਨਹੀਂ ਪਈਆਂ। ਤੇ ਇਸੇ ਤਰ੍ਹਾਂ ਹੀ ਇਹਨਾਂ ਨੇ ਨਾ ਇਹ ਰਾਮ ਰਹੀਮ ਵਾਲੇ ਸੌਦੇ 'ਚ ਵੀ ਨਾ ਇਹਨਾਂ ਨੇ ਗੱਚ ਗਚੋਲਾ ਜਿਹਾ ਮਾਰ ਕੇ ਤੇ ਬਿਨਾਂ ਕਿਸੇ ਰਿਜ਼ਲਟ ਦੇ ਇਹ ਕੇਸ ਨੂੰ ਗਾਂ ਸਾਲ ਡੇਢ ਸਾਲ ਖੂਹ ਖੱਤੇ 'ਚ ਪਾ ਦੇਣਾ। ਹੋਣਾ ਹਾਣਾ ਇਹਦੇ 'ਚ ਕੱਖ ਨਹੀਂ। ਜੇਕਰ ਉਹ ਹੋ ਵੀ ਜਾਵੇ, ਇਹਨੂੰ ਇਹ ਬਰੀ ਹੋ ਜਾਵੇ ਜਾਂ ਇਹਦੇ ਤੇ ਕੇਸ ਬਣ ਜਾਵੇ, ਪੰਜਾਬ ਦੀ ਸਿਆਸਤ ਤੇ ਇਹਦੇ ਤੇ ਦੁੱਕੀ ਦਾ ਫਰਕ ਨਹੀਂ ਪੈਣਾ, ਕਿਉਂਕਿ ਇੰਨੀਆਂ ਵੋਟਾਂ ਨਹੀਂ ਗਈਆਂ ਕਿ ਕੋਈ ਐਮਪੀ ਦੀ ਸੀਟ ਨੂੰ ਇਹ। ਸੋਢੀ ਸਾਹਿਬ ਦਾ ਵਿਚਾਰ ਆ ਕਿ ਇਹਦਾ ਪੰਜਾਬ ਦੀ ਸਿਆਸਤ ਤੇ ਕੋਈ ਫਰਕ ਨਹੀਂ ਪੈਣਾ ਔਰ ਇਹ ਬੜਾ ਕੰਪਲਿਕੇਟ ਜਿਹਾ ਕੇਸ ਜਿਹੜਾ ਵਾ ਦਿਨੋਂ ਦਿਨ ਹੋ ਰਿਹਾ, ਇਹ ਉਹਨਾਂ ਦਾ ਵਿਚਾਰ ਆ। ਤਾਰਾ ਸੁੰਦਰ ਕਹਿ ਰਹੇ ਨੇ ਕੈਪਟਨ ਸ਼ਤਰੰਜ ਦੇ ਵੱਡੇ ਖਿਲਾੜੀ ਨੇ ਸੋਚ ਸਮਝ ਕੇ ਚਾਲ ਚੱਲਦੇ ਆ ਔਰ ਉਹਨਾਂ ਦਾ ਖਿਆਲ ਹੈ ਕਿ ਇਹ ਉਹਨਾਂ ਨੇ ਇੱਕ ਚਾਲ ਚੱਲੀ ਆ। ਬੌਬੀ ਸਿੰਘ ਦਾ ਵੀ ਤਾਜ਼ਾ ਕਮੈਂਟ ਆਇਆ ਵਾ। ਮੈਂ ਦੱਸਿਆ ਜਿਵੇਂ ਵੀ ਆਲਮੋਸਟ 30-35 ਕਮੈਂਟ ਸਾਨੂੰ ਦੋਵਾਂ ਫੇਸਬੁੱਕ ਪੇਜਸ ਤੇ ਆਏ ਆ। ਬੌਬੀ ਸਿੰਘ ਕਹਿ ਰਹੇ ਨੇ ਕਿ ਬਾਦਲ ਔਰ ਕੈਪਟਨ ਇਹ ਨਵਜੋਤ ਸਿੱਧੂ ਦੀ ਕਾਨਫਰੰਸ ਤੋਂ ਡਰ ਕੇ ਔਰ ਜੋ ਹੁਣ ਅੱਜ ਸੁਖਦੇਵ ਸਿੰਘ ਢੀਂਡਸਾ ਜਿਹੜੀ ਇੱਕ ਫੰਕਸ਼ਨ ਕਰ ਰਿਹਾ, ਰੈਲੀ ਕਰ ਰਿਹਾ, ਉਹਦੇ ਤੋਂ ਡਰ ਕੇ ਉਹਨਾਂ ਨੇ ਇਹ ਕਦਮ ਚੁੱਕਿਆ ਵਾ। ਬੌਬੀ ਸਿੰਘ ਜੀ ਐਗਜ਼ੈਕਟਲੀ ਮੈਂ ਨਹੀਂ ਇਹ ਤੁਹਾਡੇ ਨਾਲ ਸਹਿਮਤ, ਕਿਉਂਕਿ ਇਹ ਰਣਵੀਰ ਸਿੰਘ ਖੱਟੜਾ ਦੀ ਜਿਹੜਾ ਪ੍ਰੋਬ ਆ ਪਿਛਲੇ ਕਈ ਦਿਨਾਂ ਤੋਂ ਗਾਂ ਦੀ ਗਾਂ ਵੱਧ ਰਿਹਾ ਸੀਗਾ। ਪਹਿਲਾਂ ਉਹਨੇ 7 ਬੰਦੇ ਅਰੈਸਟ ਕੀਤੇ, ਉਹਨਾਂ ਦੀ ਪੁਲਿਸ ਰਿਮਾਂਡ ਲਿਆ, ਉਸ ਤੋਂ ਬਾਅਦ ਫਿਰ ਹੁਣ ਇਹਨਾਂ ਨੂੰ ਚਾਰਜ ਸ਼ੀਟ ਫਾਈਲ ਹੋਈ ਆ ਕੋਰਟ ਦੇ ਵਿੱਚ ਜਿੱਥੇ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ। ਸੋ ਇਹ ਲਗਾਤਾਰ ਇਹ ਡਿਵੈਲਪਮੈਂਟ ਜਿਹੜੀ ਆ ਇਹ ਹੋ ਰਹੀ ਆ। ਸੁਖਦੇਵ ਸਿੰਘ ਢੀਂਡਸਾ ਦੀ ਕਾਨਫਰੰਸ ਤੇ ਫਿਰ ਸਿਰਫ 3 ਦਿਨ ਪਹਿਲਾਂ ਹੀ ਅਨਾਉਂਸ ਹੋਈ ਆ। ਮੀਨਵਾਈਲ ਰਣਜੀਤ ਕੌਰ ਤੇ ਬੇਅੰਤ ਕੇ ਸਿੰਘ ਵੀ ਸਾਡੇ ਨਾਲ ਫੇਸਬੁੱਕ ਦੇ ਪੇਜ ਦੇ ਉੱਪਰ ਇਸ ਵੇਲੇ ਜੁੜ ਗਏ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ? ਚਰਨ ਸਿੰਘ ਪ੍ਰੇਮਪੁਰਾ ਬੋਲਦਾ, ਨਿਊਯਾਰਕ ਤੋਂ। ਹਾਂਜੀ ਹਾਂਜੀ, ਪ੍ਰੇਮਪੁਰਾ ਜੀ, ਤੁਹਾਨੂੰ ਕੀ ਲੱਗਦਾ ਵਾ ਜੇ ਹੋ ਰਿਹਾ ਵਾ ਇਹ ਸਹੀ ਦਿਸ਼ਾ ਦੇ ਵਿੱਚ ਕਦਮ ਨੇ ਔਰ ਇਹਦਾ ਪੰਜਾਬ ਦੀ ਸਿਆਸਤ ਤੇ ਵੱਡਾ ਅਸਰ ਪਊਗਾ ਜਾਂ ਨਹੀਂ ਪਊਗਾ? ਵੇਖੋ ਜੀ, ਸਭ ਤੋਂ ਪਹਿਲਾਂ ਮੈਂ ਇਹੋ ਗੱਲ ਕਹਿਣਾ ਵੀ ਪੰਜਾਬ ਦੇ ਵਿੱਚ ਜੀ ਸਾਡੇ ਗੁਰੂ ਸਾਹਿਬ ਸੇਫ ਨਹੀਂ ਹੈਗੇ, ਜਿੱਥੇ ਬਹੁਮਤ ਸਿੱਖਾਂ ਦਾ ਜੀ। ਕਿਸੇ ਬਿਹਾਰ 'ਚ ਨਹੀਂ ਬੇਅਦਬੀ ਹੋਈ, ਕਿਸੇ ਯੂਪੀ 'ਚ ਨਹੀਂ ਹੋਈ, ਕਿਸੇ ਹੋਰ ਦੇ ਨਹੀਂ ਹੋਈ ਜੀ। ਇਹ ਸਾਡੀ ਨਾਕਾਮੀ ਹੈ। ਇਹਦੇ ਨਾਲ ਹੀ ਕਾਂਗਰਸ ਆਈ ਸੀ ਜੀ। ਕਾਲੀਆਂ ਦਾ ਮੂੰਹ ਕਾਲਾ ਬੇਅਦਬੀ ਨੇ ਕਰਾਇਆ ਸੀ, ਤੇ ਹੁਣ ਕਾਂਗਰਸ ਦਾ ਮੂੰਹ ਕਾਲਾ ਹੋਣਾ ਜੇ ਮੁੱਲ ਨਾ ਪਿਆ ਤੇ। ਓਕੇ, ਸੋ ਉਹਨਾਂ ਦੀ ਮਜਬੂਰੀ ਆ ਇਹਨਾਂ ਦੀ ਪ੍ਰੇਮਪੁਰਾ ਜੀ, ਮਜਬੂਰੀ ਆ ਇਹਦੇ 'ਚ ਇਨਸਾਫ ਦੇਣਾ। ਮੈਂ ਕਿਹਾ ਮੈਂ 100 ਵਾਰ ਇੱਕੋ ਗੱਲ ਕਰਤੀ, ਹੁਣ ਇਹਨਾਂ ਦਾ ਮੂੰਹ ਕਾਲਾ ਹੋਣਾ। ਉਹਨਾਂ ਨੂੰ 15 ਮਿਲਣੀਆਂ ਸੀ, ਇਹਨਾਂ ਨੂੰ 10 ਵੀ ਨਹੀਂ ਮਿਲਣੀਆਂ ਜੇ ਮੁੱਲ ਨਾ ਪਾਇਆ ਤੇ। ਅੱਜ ਮੈਂ ਗਰੰਟੀ ਨਾਲ ਕਹਿਣਾ ਤੁਹਾਨੂੰ, ਇਹਨਾਂ ਨੂੰ 10 ਨਹੀਂ ਮਿਲਣੀਆਂ। ਓਕੇ, ਮਿਹਰਬਾਨੀ ਪ੍ਰੇਮਪੁਰਾ ਜੀ। ਇਹ ਇੱਕ ਹੋਰ ਕਾਲ ਲੈ ਕੇ ਫਿਰ ਮੈਂ ਛੋਟੀ ਜੀ ਬ੍ਰੇਕ ਲਊਂਗਾ। ਮੀਨਵਾਈਲ ਰਾਣਾ ਪਰਮਜੋਤ ਵੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ। ਰਾਣਾ ਪਰਮਜੋਤ ਦਾ ਫੇਸਬੁੱਕ ਦੇ ਉੱਪਰ ਕਮੈਂਟ ਆ ਕਿ ਕੈਪਟਨ ਹੁਣ ਸ਼ਤਰੰਜ ਦਾ ਬਾਦਸ਼ਾਹ ਨਹੀਂ, ਬਸ ਪਿਆਦੇ ਤੋਂ ਥੋੜਾ ਉੱਪਰ ਦਾ ਰੋਲ ਪਲੇ ਕਰ ਰਹੇ ਆ। ਰਾਣਾ ਪਰਮਜੋਤ ਹੋਣਾ ਦਾ ਕਮੈਂਟ ਆ। ਮੀਨਵਾਈਲ ਬੌਬੀ ਸਿੰਘ ਨੇ ਕਿਹਾ ਵਾ ਕਿ ਉਹ ਪ੍ਰੇਮਪੁਰਾ ਦੇ ਨਾਲ ਇਸਦਾ ਪ੍ਰੇਮਪੁਰਾ ਜਿਹੜੇ ਹੁਣੇ ਸਾਡੇ ਨਾਲ ਕਾਲ ਤੇ ਸਨ, ਉਹਨਾਂ ਦੇ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਨੇ। ਇੱਕ ਕਾਲਰ ਜੁੜੇ ਸਨ ਲੇਕਿਨ ਉਹ ਕਾਲ ਡ੍ਰੌਪ ਹੋ ਗਈ, ਸੋ ਇਸ ਕਰਕੇ ਮੈਂ ਹੁਣ ਛੋਟੀ ਜੀ ਬ੍ਰੇਕ ਲੈ ਰਿਹਾ ਵਾਂ। ਬ੍ਰੇਕ ਤੋਂ ਬਾਅਦ ਆਪਾਂ ਇਸ ਮਸਲੇ ਤੇ ਕਿ ਜਿਹੜੀ ਇਹ ਨਵੀਂ ਡਿਵੈਲਪਮੈਂਟ ਹੋਈ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਦੇ ਵਿੱਚ, ਜਿਹਦੇ 'ਚ ਗੁਰਮੀਤ ਰਾਮ ਰਹੀਮ ਡੇਰਾ ਸੱਚਾ ਸੌਦਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ ਵਾ, ਇਹਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਹੋਊਗਾ? ਕੀ ਤਫਤੀਸ਼ ਸਹੀ ਡਾਇਰੈਕਸ਼ਨ 'ਚ ਵੱਧ ਰਹੀ ਆ? ਕੀ ਇਹਦੇ 'ਚ ਇਨਸਾਫ ਦੀ ਆਪਾਂ ਆਸ ਕਰ ਸਕਦੇ ਹਾਂ? ਕੀ ਬਾਕੀ ਕੇਸਾਂ 'ਚ ਵੀ ਇਨਸਾਫ ਮਿਲੂਗਾ? ਇਹਨਾਂ ਸਾਰੇ ਮਸਲਿਆਂ ਦੇ ਆਪਾਂ ਜਵਾਬ ਲੱਭ ਰਹੇ ਹਾਂ ਔਰ ਇਹ ਜਵਾਬ ਲੱਭਦੇ ਰਵਾਂਗੇ। ਇਸ ਪ੍ਰੋਗਰਾਮ ਨੂੰ ਅੱਗੇ ਚਲਾਵਾਂਗੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। This program is sponsored by Prime Link Express, Gurmeet Mali, Union Truck Stop, Bakersfield, Sukhi Kuman. ਇੱਕ ਵਾਰ ਫੇਰ ਤੋਂ ਪੰਜਾਬੀ ਢਾਬਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਸਾਡਾ ਪੂਰਾ ਸਟਾਫ ਵੀ ਸਰਕਾਰ ਦੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੇਗਾ। ਤਾਂ ਫੇਰ ਦੇਰ ਕਿਸ ਗੱਲ ਦੀ? ਉਹੀ ਲਾਜਵਾਬ ਖਾਣਾ,
ਉਹੀ ਖੁਸ਼ਬੂ, ਉਹੀ ਬੁਫੇ ਸਿਸਟਮ ਇੱਕ ਵਾਰ ਫੇਰ ਤੋਂ ਤੁਹਾਡੀ ਉਡੀਕ ਕਰ ਰਿਹਾ ਹੈ। ਪੰਜਾਬ ਦੀ ਯਾਦ ਦਿਵਾਉਂਦਾ ਪੰਜਾਬੀ ਢਾਬਾ। ਪੂਰੇ ਪਰਿਵਾਰ ਸਮੇਤ ਆਓ। 7800 ਬਟਾਵੀਆ ਰੋਡ, ਡਿਕਸਨ, ਕੈਲੀਫੋਰਨੀਆ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਿਕੰਦਰ ਸਿੰਘ 1707 693 6682। ਮਿੱਤਰਾਂ ਦੇ ਢਾਬੇ ਤੇ ਬਈ ਮੇਲਾ, ਓਏ ਮੇਲਾ ਸੱਚ ਮੇਲਾ ਹੀ ਲੱਗਿਆ ਰਹਿੰਦਾ। ਟਰੱਕ ਡਰਾਈਵਰ ਵੀਰਾਂ ਦੀ ਭਰੋਸੇਮੰਦ ਅਰਲਿੰਗਟਨ ਫਿਊਲ ਸਟਾਪ ਇੰਟਰਸਟੇਟ 5 ਦੇ ਐਗਜ਼ਿਟ 208 ਅਰਲਿੰਗਟਨ ਵਾਸ਼ਿੰਗਟਨ ਸਟੇਟ ਅਤੇ ਕੈਲੀਫੋਰਨੀਆ ਵਿੱਚ ਲਾਸਟ ਹਿਲ ਟਰੈਵਲ ਸੈਂਟਰ ਰੂਟ 46 ਅਤੇ I-5 ਅਲੋਮਾ ਸਟਰੀਟ ਉੱਤੇ ਸਸਤਾ ਡੀਜ਼ਲ ਅਤੇ ਭਰੋਸੇਮੰਦ ਸਰਵਿਸ। ਔਖੇ ਸਮੇਂ ਤੇ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮਦਦ ਲਈ ਖੜੇ ਹਾਂ। ਹਰ ਵੇਲੇ ਗੁੜ ਦੀ ਬਣਾਈ ਹੋਈ ਤਾਜ਼ੀ ਚਾਹ ਦਾ ਲੰਗਰ। ਵਧੇਰੇ ਜਾਣਕਾਰੀ ਲਈ ਬਲਵੀਰ ਸਿੰਘ ਉਸਮਾਨਪੁਰ ਨੂੰ ਕਾਲ ਕਰੋ। ਕੈਲੀਫੋਰਨੀਆ ਤੋਂ ਸਾਊਥ ਈਸਟਰਨ ਤੱਕ, ਜਾਰਜੀਆ, ਫਲੋਰੀਡਾ, ਅਲਾਬਾਮਾ, ਮਿਸੀਸਿਪੀ, ਲੂਜ਼ੀਆਨਾ, ਟੈਕਸਸ ਸੂਬੇ ਤੱਕ ਸੁਰੱਖਿਅਤ ਪ੍ਰੋਡਿਊਸ ਨੂੰ ਰੀਫਰ ਸਰਵਿਸ ਰਾਹੀਂ ਸਹੀ ਸਮੇਂ ਪਹੁੰਚਾਉਣ ਵਾਲੀ ਪੰਜਾਬੀਆਂ ਦੀ ਮਾਣਮੱਤੀ ਕੰਪਨੀ ਪ੍ਰਾਈਮ ਲਿੰਕ ਐਕਸਪ੍ਰੈਸ। ਹੈਡ ਆਫਿਸ 825 ਨੇਵੀ ਡਰਾਈਵ, ਸਟਾਕਟਨ, ਕੈਲੀਫੋਰਨੀਆ 95206। For more information, call Gurmeet Malli. S&S Brokers Incorporation ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲੀਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। P&J Fuel Wholesaler of gasoline and diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ and Sajid Tarar. This program is sponsored by Prime Link Express, Gurmeet Malli, Union Truck Stop, Bakersfield, ਸੁਖੀ ਘੁੰਮਣ। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਾਕਿਆ ਦੀ, ਜਿਹਦੇ ਵਿੱਚ ਇੱਕ ਕੇਸ ਦੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੁਣ SIT ਨੇ ਨਾਮਜ਼ਦ ਕੀਤਾ ਵਾ। ਇਸ ਨਾਮਜ਼ਦ ਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਪਵੇਗਾ, ਤਫਤੀਸ਼ ਦੇ ਉੱਪਰ ਕੀ ਅਸਰ, ਕੇਸ ਦੀ ਤਫਤੀਸ਼ ਦੇ ਉੱਪਰ ਕੀ ਅਸਰ ਪਵੇਗਾ। ਬਹੁਤ ਸਾਰੇ ਸੱਜਣ ਸਾਡੇ ਨਾਲ ਫੇਸਬੁੱਕ ਦੇ ਉੱਪਰ ਵੀ ਜੁੜ ਗਏ ਨੇ। ਜਸਵਿੰਦਰ ਸਿੰਘ ਪੱਡਾ, ਪਾਨ ਸਿੰਘ, ਹਰਭਜਨ ਢਿੱਲੋਂ, ਗੁਰਦਿਲ ਹੋਥੀ, ਅਮਨ ਸਿੰਘ ਕੰਬੋਜ, ਬਲਕਰਨ ਸਿੰਘ ਸਿੱਧੂ, ਪੂਰਨਜੀਤ ਸਿੰਘ, ਗੁਰਚੇਤਨ ਸਿੰਘ, ਸੁਰਿੰਦਰ ਸਿੰਘ, ਗੁਰਿੰਦਰ ਬੈਂਸ ਔਰ ਹੋਰ ਵੀ ਬਹੁਤ ਸਾਰੇ ਸੱਜਣ ਜੁੜੇ ਨੇ। ਸਾਰਿਆਂ ਦੇ ਸ਼ਾਇਦ ਮੈਂ ਨਾ ਲੈ ਸਕਾਂ। ਇਹਨਾਂ ਨੇ ਕੀ ਕਿਹਾ ਵਾ ਉਹ ਵੀ ਮੈਂ ਤੁਹਾਡੇ ਨਾਲ ਕਮੈਂਟ ਸ਼ੇਅਰ ਕਰੂੰਗਾ, ਪਰ ਉਸ ਤੋਂ ਪਹਿਲਾਂ ਦੇਖਦੇ ਹਾਂ ਸਾਡੇ ਅਗਲੇ ਕਾਲਰ ਇਸ ਮਸਲੇ ਤੇ ਕੀ ਵਿਊ ਪੁਆਇੰਟ ਰੱਖਦੇ ਆ। ਹੈਲੋ
ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਮੈਂ ਜੀ ਬਲਕਰਨ ਸਿੰਘ ਸਿੱਧੂ ਬੋਲ ਰਿਹਾ ਐਡਮਿੰਟਨ ਤੋਂ। ਹਾਂਜੀ ਬਲਕਰਨ ਜੀ, ਮੇਰੇ ਖਿਆਲ ਤੁਸੀਂ ਫੇਸਬੁੱਕ ਦੇ ਉੱਪਰ ਵੀ ਕਮੈਂਟ ਪਾਇਆ। ਹਾਂਜੀ 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 ਹਾਂਜੀ। ਮੇਰੇ ਕਹਿਣ ਦਾ ਇਹ ਹੈ ਜੀ, ਵੇਖੋ ਜਿਹੜੀ CBI ਹੈ ਉਹ ਇਸ ਕੰਟਰੀ ਦੀ ਇੱਕ ਪ੍ਰੀਮੀਅਮ ਇਨਵੈਸਟੀਗੇਸ਼ਨ ਏਜੰਸੀ ਹੈ ਜੀ। ਇਹਨਾਂ ਕੋਲ ਇੰਨੀ ਐਕਸਪਰਟਾਈਜ਼ ਹੈ ਵੀ ਜਿਹੜੇ ਔਖੇ ਤੋਂ ਔਖੇ ਫਾਈਨੈਂਸ਼ੀਅਲ ਕ੍ਰਾਈਮ ਇਦਾਂ ਦੇ ਵੱਡੇ ਵੱਡੇ ਕੰਮ ਇਹਨਾਂ ਨੇ ਕੀਤੇ ਆ ਜੀ। ਪਰ ਸੇਮ ਟਾਈਮ ਇਹਨਾਂ ਦੀ ਇੱਕ ਪ੍ਰੋਬਲਮ ਹੈ ਵੀ ਇਹਨਾਂ ਨੂੰ ਇੰਡੀਆ ਦੀ ਜਿਹੜੀ ਹੋਮ ਮਿਨਿਸਟਰੀ ਹੈ, ਜਾਂ ਅੱਗੇ ਕਹਿੰਦੇ ਸੀ ਵੀ ਇਹ ਪਿੰਜਰੇ ਦਾ ਤੋਤਾ ਹੈ, ਇਦਾਂ ਇਹਨਾਂ ਨੂੰ ਵਰਤਿਆ ਜਾਂਦਾ ਵਿਚਾਰਿਆਂ ਜੀ। ਪਰ ਹੁਣ ਵੇਖੋ ਵੀ ਇਹਨਾਂ ਨੇ ਇੰਨਾ ਚਿਰ ਇਨਵੈਸਟੀਗੇਸ਼ਨ ਕੀਤੀ ਵੀ ਇਹਨਾਂ ਨੇ ਕੋਈ ਹੱਥ ਪੱਲੇ ਕੁਛ ਨਹੀਂ। ਫਾਈਨਲੀ ਇਹਨਾਂ ਨੇ ਕਲੋਜ਼ਰ ਰਿਪੋਰਟ ਫਾਈਲ ਕਰਤੀ ਵੀ ਇਹਦੇ ਵਿੱਚ ਕੁਛ ਨਹੀਂ ਕੇਸ, ਸਾਨੂੰ ਕੁਛ ਨਹੀਂ ਲੱਭਿਆ ਜੀ। ਪਰ ਜਦੋਂ ਉਹ ਕਲੋਜ਼ਰ ਰਿਪੋਰਟ ਉਹ ਫਾਈਲ ਕਰ ਰਹੇ ਆ ਕੋਰਟ ਦੇ ਵਿੱਚ ਵੀ ਸਾਨੂੰ ਕੁਛ ਲੱਭਿਆ ਨਹੀਂ, ਉਦੋਂ 6 ਮਹੀਨੇ ਪਹਿਲਾਂ ਖੱਟੜਾ ਸਾਹਿਬ ਨੇ ਸਾਰੇ ਬੰਦੇ ਫੜ ਲਏ ਸੀ ਜੀ। ਹੁਣ ਤੁਸੀਂ ਵੇਖੋ ਵੀ ਇਹ ਜਿਹੜੀ CBI ਪੰਜਾਬ ਪੁਲਿਸ ਨਾਲੋਂ ਜ਼ਿਆਦਾ ਐਫੀਸ਼ੀਐਂਟ CBI ਹੈ। CBI ਨੇ ਕਿਸੇ ਨੂੰ ਨਹੀਂ ਫੜਿਆਗਾ, ਪਰ ਖੱਟੜਾ ਸਾਹਿਬ ਨੇ ਫੜ ਲਿਆ। ਪਰ ਖੱਟੜਾ ਸਾਹਿਬ ਨੇ ਸਾਲ ਪਹਿਲਾਂ ਫੜੇ ਤੇ ਜਿਹੜੇ ਉਹ ਫੜੇ ਫਿਰ ਉਹ ਛੱਡੇ ਕਿਉਂ, ਹੁਣ ਫੇਰ ਦੁਬਾਰਾ ਫੜ ਲਿਆ। ਬਲਕਰਨ ਜੀ, ਬਹੁਤ ਅਹਿਮ ਸਵਾਲ ਤੁਸੀਂ ਰੇਜ਼ ਕੀਤੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। CBI ਇੱਕ ਅਹਿਮ ਇਨਵੈਸਟੀਗੇਸ਼ਨ ਏਜੰਸੀ ਆ, ਪ੍ਰੀਮੀਅਰ ਇਨਵੈਸਟੀਗੇਸ਼ਨ ਏਜੰਸੀ ਆ, ਔਰ ਉਹਦੇ ਤੇ ਡੈਫੀਨਿਟਲੀ ਉਹ ਹੋਮ ਮਿਨਿਸਟਰ ਥੱਲੇ ਕੰਮ ਕਰਦੀ ਆ। ਔਰ ਹੋ ਸਕਦਾ ਵਾ, ਮੈਨੂੰ ਇਹਦੇ ਬਾਰੇ ਪਰਸਨਲ ਜਾਣਕਾਰੀ ਨਹੀਂ, ਪਰ ਹੋ ਸਕਦਾ ਹੋਮ ਮਿਨਿਸਟਰ ਤੋਂ ਡਾਇਰੈਕਸ਼ਨ ਸੀ ਹੁਣ। ਬਲਕਰਨ ਜੀ ਇੱਕ ਮਿੰਟ, ਲੇਕਿਨ ਮੇਰਾ ਆਪਣਾ ਮੰਨਣਾ ਵਾ ਜਦੋਂ ਇਹ ਕੇਸ CBI ਨੂੰ ਦਿੱਤਾ ਗਿਆ ਸੀ, ਮੈਂ ਉਦੋਂ ਵੀ ਮੰਨਦਾ ਸੀ ਵੀ ਇਹੋ ਜਿਹੇ ਕੇਸਿਸ ਦੀ ਐਕਸਪਰਟਿਜ਼ CBI ਕੋਲ ਹੈ ਨਹੀਂ। ਆਫਟਰ ਆਲ ਜਦੋਂ ਧਾਰਮਿਕ ਮਸਲੇ ਦੀ ਜਦੋਂ ਜਾਂਚ ਕਰਨੀ ਹੁੰਦੀ ਆ, ਇਹੋ ਜਿਹੇ ਮਸਲੇ ਦੀ ਜਿੱਥੇ ਗੁਰੂ ਸਾਹਿਬ ਦੇ ਸਰੂਪ ਚੋਰੀ ਕੀਤੇ ਜਾਣ, ਉਹਨਾਂ ਦੇ ਅੰਗ ਵੱਖਰੇ ਵੱਖਰੇ ਥਾਵਾਂ ਤੇ ਖਿਲਾਰੇ ਜਾਣ ਤਾਂ ਕਿ ਸਮਾਜ ਦੇ ਵਿੱਚ ਇੱਕ ਟੈਨਸ਼ਨ ਹੋਵੇ, ਇਹਦੀ ਇਨਕੁਆਇਰੀ ਵਾਸਤੇ ਪੰਚਾਇਤਾਂ ਦੇ ਨਾਲ ਗੱਲ ਕਰਨੀ, ਆਪਣੇ ਪਿੰਡਾਂ 'ਚ ਸੋਰਸ ਲੱਭਣੇ, ਇਹ ਸ਼ਾਇਦ CBI ਵਾਸਤੇ ਕਾਫੀ ਮੁਸ਼ਕਲ ਕੰਮ ਸੀ। ਇਹ CBI ਨੂੰ ਇਨਕੁਆਇਰੀ ਦੇਣੀ ਨਹੀਂ ਸੀ ਚਾਹੀਦੀ। ਬਲਕਰਨ ਜੀ, ਮੇਰਾ ਇਹ ਮੰਨਣਾ। ਨਹੀਂ, ਪਰ ਜਦੋਂ ਮੇਰਾ ਇਹ ਕਹਿਣਾ ਹੈ ਵੀ ਜਦੋਂ CBI ਨੂੰ ਪਤਾ ਲੱਗ ਗਿਆ ਸੀ ਵੀ ਬੰਦੇ ਫੜ ਲਏ ਖੱਟੜਾ ਸਾਹਿਬ ਨੇ ਜੀ, ਤਾਂ ਫੇਰ ਤਾਂ ਗੱਲ ਕਲੀਅਰ ਹੋ ਗਈ ਸੀ ਨਾ ਵੀ ਸਾਰੀ ਉਹਨਾਂ ਦੀ ਪ੍ਰੋਪਰ ਇੰਟਰੋਗੇਸ਼ਨ ਹੋਣੀ ਚਾਹੀਦੀ ਸੀ ਔਰ ਕੜੀਆਂ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ, ਜਿਹੜਾ ਦੀ ਉਹਨਾਂ ਨੇ ਨਹੀਂ ਕੀਤੀ। ਔਰ ਉੱਥੋਂ ਲੱਗਦਾ ਵਾ ਕਿ ਸ਼ਾਇਦ ਉਹਨਾਂ ਦੀ ਇੰਟੈਂਸ਼ਨ ਕਲੀਅਰ ਨਹੀਂ ਸੀ, ਸ਼ਾਇਦ ਇੰਟੈਂਟ ਦੇ ਵਿੱਚ ਕੋਈ ਬੇਈਮਾਨੀ ਵੀ ਸੀ। ਮਿਹਰਬਾਨੀ ਬਲਕਰਨ ਜੀ ਜੁੜੇ। ਹਾਂਜੀ, ਕੋਈ ਗੱਲ ਹੋਰ ਕਰਨੀ? ਇੱਕ ਮੈਂ ਹੋਰ ਐਡ ਕਰਨੀ ਚਾਹੁੰਦਾ। ਉਹਦੇ 'ਚ ਇਹ ਹੈ ਵੀ ਜਿਹੜੀ ਬੇਅਦਬੀ ਹੋਈ ਹੈ ਇਹਦੇ ਨਾਲ ਬਾਦਲ ਦਲ ਦਾ ਨੁਕਸਾਨ ਹੋਇਆ, ਬਾਦਲ ਦਲ ਨੂੰ ਕੋਈ ਫਾਇਦਾ ਨਹੀਂ ਹੋਇਆ। ਹਾਂ ਹਾਂ। ਤੇ ਜਿਹੜਾ ਬਾਬਾ ਰਾਮ ਰਹੀਮ ਹੈ ਉਹਨੂੰ ਵੀ ਇਹ ਬੇਅਦਬੀ ਕਰਕੇ ਕੀ ਲਾਭ ਮਿਲਣਾ ਸੀ। ਸੋ ਇਹ ਗੱਲ ਆ ਵੀ ਇਹ ਅੱਛਾ, ਫਿਰ ਜਿਹੜੇ ਬੰਦੇ ਫੜੇ ਆ ਉਹ ਸਾਰੇ ਅਨਪੜ੍ਹ ਪੇਂਡੂ ਟਾਈਪ ਬੰਦੇ ਆ ਜਿਨ੍ਹਾਂ ਕੋਲੇ ਕੋਈ ਕੁਆਲੀਫਿਕੇਸ਼ਨ ਨਹੀਂ। ਹਾਂ ਹਾਂ। ਉਹ ਬੰਦੇ ਗੁਰੂ ਗ੍ਰੰਥ ਸਾਹਿਬ ਨੂੰ ਚੱਕ ਸਕਦੇ ਆ, ਚੱਕ ਕੇ ਕਿਤੇ ਲੁਕੋ ਸਕਦੇ ਆ, ਫਿਰ ਪਰਚੇ ਉਹ ਵੰਡਦੇ ਆ, ਫਿਰ ਉਹ ਮਿਸੇ ਦਿਨ ਦੇ ਉੱਤੇ ਉਹ ਬੇਅਦਬੀ ਕਰਦੇ ਆ। ਇਹਦੇ ਵਾਸਤੇ ਕੋਈ ਬਹੁਤ ਚੰਗੇ ਸ਼ਾਤਰ ਦਿਮਾਗ ਦੀ ਜ਼ਰੂਰਤ ਹੈ। ਇਹ ਆਮ ਸਧਾਰਨ ਬੰਦਿਆਂ ਦੇ ਕਰਨ ਵਾਲਾ ਕੰਮ ਨਹੀਂ ਸੀ ਹੈ। ਇਸੇ ਕਰਕੇ ਤੇ ਕੜੀਆਂ ਜਿਹੜੀਆਂ ਨਾ ਉੱਥੇ ਪਹੁੰਚਦੀਆਂ ਨਹੀਂ, ਜਿਹੜੇ ਉੱਤੋਂ ਕਿਤੇ ਡਾਇਰੈਕਸ਼ਨ ਆਇਆ ਵਾ ਔਰ ਸ਼ਾਇਦ ਡੇਰੇ ਦੇ ਕੁਝ ਪ੍ਰਮੁੱਖ ਬੰਦਿਆਂ ਵੱਲੋਂ ਇਹ ਡਾਇਰੈਕਸ਼ਨ ਆਇਆ ਵਾ, ਕਿਉਂਕਿ ਉਹ ਇੱਕ ਤਰੀਕੇ ਨਾਲ ਕੰਪੀਟ ਕਰ ਰਹੇ ਸੀ ਆਪਣੀ ਇੱਕ ਪੈਰਲਲ ਸਿਆਸੀ ਔਰ ਇੱਕ ਧਾਰਮਿਕ ਜਮਾਤ ਬਣਾਉਣ ਵਾਸਤੇ। ਜਿਹੜਾ ਮਹਿੰਦਰਪਾਲ ਬਿੱਟੂ ਆ ਉਹਦੇ ਉੱਪਰ ਇੱਕ ਕੜੀ ਸੰਦੀਪ ਬਰੇਟਾ ਜਿਹਦਾ ਪਹਿਲਾਂ ਨਾਂ ਆਉਂਦਾ ਸੀ, ਉਹਨੂੰ ਨਹੀਂ ਫੜਿਆ ਕਿਸੇ ਨੇ ਹਾਲੇ ਤੱਕ। 3 ਬੰਦੇ ਹਾਲੀ ਉਹਨਾਂ ਨੇ ਅਰੈਸਟ ਵਾਰੰਟ ਕੱਢੇ ਆ ਜੀ, ਹਾਲੀ ਅਰੈਸਟ ਨਹੀਂ ਹੋਏ। 3 ਹੋਰ ਬੰਦੇ ਅਰੈਸਟ ਹੋਣੇ ਮੇਰੇ ਖਿਆਲ, ਸ਼ਾਇਦ ਉਹਨਾਂ 'ਚ ਉਹ ਵੀ ਜਿਹੜਾ ਤੁਸੀਂ ਨਾਂ ਲੈ ਰਹੇ ਜੀ ਇਹ ਵੀ ਹੋ ਸਕਦੇ ਆ। ਮਿਹਰਬਾਨੀ ਬਲਕਰਨ ਜੀ। ਮੀਨਵਾਈਲ ਰਾਣਾ ਪਰਮਜੋਤ ਕਹਿ ਰਹੇ ਨੇ ਕਿ ਮਈ 2016 'ਚ ਸ਼ਬੀਲ ਕਤਲकांड ਜਿਸ 'ਚ ਢੱਡਰੀਆਂ ਵਾਲੇ ਦੇ ਇੱਕ ਸਾਥੀ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ ਔਰ ਪੁਲਿਸ ਤਫਤੀਸ਼ ਕਰ ਰਹੀ ਸੀ, ਉਹਦੇ ਬਾਰੇ ਜ਼ਰੂਰ ਪ੍ਰੋਗਰਾਮ ਕਰੋ ਕਿ ਉਹਦੇ ਤੇ ਕੀ ਪ੍ਰੋਗਰੈਸ ਹੋਇਆ। ਜ਼ਰੂਰ ਜੀ, ਕਿਸੇ ਦਿਨ ਕੋਸ਼ਿਸ਼ ਕਰਾਂਗੇ। ਪਰਮਜੋਤ ਜੀ। ਸ਼ੇਰਗਿਲ ਕਹਿ ਰਹੇ ਨੇ ਪੋਲੀਟੀਕਲ ਗੇਮ ਹੈ ਔਰ ਹਰਮਿੰਦਰ ਸਿੰਘ ਵੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ। ਅਮਨ ਸਿੰਘ ਕੰਬੋਜ ਕਹਿ ਰਹੇ ਨੇ ਕਿ ਇਹੋ ਹੀ ਲੋਕੀ ਜਿਨ੍ਹਾਂ ਨੇ ਇਹ ਕਾਰਾ ਕੀਤਾ ਵਾ, ਸ਼ਾਇਦ ਇਹੋ ਹੀ ਮੌਡ ਬਲਾਸਟ ਦੇ ਪਿੱਛੇ ਵੀ ਇਹਨਾਂ ਦਾ ਹੱਥ ਆ। ਔਰ ਪੂਰਨਜੀਤ ਸਿੰਘ ਦਾ ਵਿਚਾਰ ਹੈ ਫੇਸਬੁੱਕ ਦੇ ਉੱਪਰ ਕਿ ਇਹ ਕੈਪਟਨ ਸਾਹਿਬ ਦਾ ਸਿਆਸੀ ਗ੍ਰਾਫ ਉੱਤੇ ਕਰਨ ਵਾਸਤੇ ਸਭ ਕੁਝ ਹੋ ਰਿਹਾ ਵਾ। ਔਰ ਗੁਰਚੇਤਨ ਸਿੰਘ ਕਹਿ ਰਹੇ ਨੇ ਕਿ ਇਹ 2022 ਚੋਣਾਂ ਦੇ ਮੱਦੇਨਜ਼ਰ ਇਹ ਸਭ ਕੁਝ ਕੀਤਾ ਜਾ ਰਿਹਾ ਵਾ। ਮੀਨਵਾਈਲ ਸਿਕੰਦਰ ਸਿੰਘ ਔਜਲਾ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ, ਉਹ ਕਹਿ ਰਹੇ ਨੇ ਗੱਲ ਕਿਸੇ ਪਤਨ ਦੀ ਲੱਗਣੀ ਹੈ ਜੀ। ਇਹ ਇਹਨਾਂ ਦਾ ਫੇਸਬੁੱਕ ਦੇ ਉੱਪਰ ਕਮੈਂਟ ਹੈ। ਕਿਹੜੇ ਕੰਟੈਕਸਟ ਦੇ ਵਿੱਚ ਉਹਨਾਂ ਕਿਹਾ ਉਹ ਮੈਨੂੰ ਪੂਰੀ ਸਮਝ ਨਹੀਂ ਆਈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਾਧੂ ਸੈਨ ਸਿੰਘ ਸੰਧੂ ਬੋਲਦਾ।
हाँ जी हाँ जी साधु जी बड़े दिनों बाद जुड़े जे ठीक है सेहत ठीक है बस ठीक ही है जी कुछ वक्त दी गल हुंदी आ समय समा कई वारी रोक लेंदा काफी देर तो तुसी आए भी नहीं क्योंकि मैनू पता ताड़ा मेरे अपने हलके दे ताड़ा फार्म हाउस भी है हाँ जी हाँ जी हाँ जी वो मैं अजकल वो साधु सिंह संधू दे नाम ते फेसबुक ते कमेंट करदा रहना वैसे हाँ जी हाँ जी ज्यादा नहीं कर सकिया हाँ जी ते चलो अपना ख्याल रखो ਉਹਦੇ ਬਾਰੇ ਤੁਹਾਨੂੰ ਇਹੋ ਹੀ ਕਹਿਣਾ ਕਿ ਇੱਕ ਤਾਂ ਜਿਹੜੀ CBI ਆ ਇਹ ਮਤਲਬ ਵੀ ਪਿੰਜਰੇ ਦਾ ਤੋਤਾ ਆ ਉਹਦੇ ਵਿੱਚ ਜਿਵੇਂ ਅੱਗੇ ਵੀ ਕਿਹਾ ਗਿਆ ਸੀਗਾ ਉਸੇ ਅਨੁਸਾਰ ਇਹ ਸਾਰੀ ਗੇਮ ਦੋ ਪਾਸਿਆਂ ਵਿੱਚ ਚੱਲ ਰਹੀ ਆ CBI ਜਿਹੜੇ ਦਬਾਅ ਪਾ ਕੇ ਕੈਪਟਨ ਸਾਹਿਬ ਨੂੰ ਜੋ ਰਿਪੋਰਟਾਂ ਸੀਗੀਆਂ ਪੰਜਾਬ ਪੁਲਿਸ ਦੀਆਂ ਉਹਨਾਂ ਨੂੰ ਰੋਕੀ ਰੱਖਿਆ ਗਿਆ ਜੀ ਤੇ ਉਸ ਬੰਨੇ ਬਾਦਲ ਹੋਣਾ ਨੂੰ ਆਪਣੀ ਮੁੱਠੀ 'ਚ ਰੱਖਣ ਲਈ ਇਹਨਾਂ ਨੇ ਪੰਜਾਬ ਪੁਲਿਸ ਦੇ ਉੱਤੇ ਵੀ ਦੂਜਾ ਕੇਸ ਚਲਾਇਆ ਤੇ ਇਹ ਇੱਕ ਸ਼ਤਰੰਜ ਦੀ ਗੇਮ ਤਰ੍ਹਾਂ ਚੱਲ ਰਿਹਾ ਜਿਹਦਾ ਕਿ ਇਹ ਕੈਸ਼ ਕਰਨਾ ਚਾਹੁੰਦੇ ਆ ਕੈਪਟਨ ਆਪਦੇ ਲੈਵਲ ਤੇ ਕਰਨਾ ਚਾਹੁੰਦੇ ਆ ਤੇ BJP ਆਪਣੇ ਲੈਵਲ ਦੇ ਉੱਤੇ ਬਾਦਲਾਂ ਨੂੰ ਡਾਊਨ ਕਰਕੇ ਉਹਨਾਂ ਨੂੰ ਮੁੱਠੀ 'ਚ ਰੱਖ ਕੇ ਉਹਨਾਂ ਨੂੰ ਆਪਦੇ ਲੈਵਲ ਦੇ ਉੱਤੇ ਸੀਮਿਤ ਕਰਨਾ ਚਾਹੁੰਦੀ ਆ ਤੇ ਹੈ ਸਾਰੀ ਗੱਲ ਇਹ ਜਿਵੇਂ ਕਿ ਪੰਜਾਬ ਵਿੱਚੋਂ ਹੁਣ ਕੈਪਟਨ ਦੀ ਮੁੱਠੀ ਵਿੱਚੋਂ ਰੇਤ ਜਿਵੇਂ ਕਰ ਰਹੀ ਆ ਉਦਾਂ ਹੀ ਸਿਆਸਤ ਦਾ ਬਦਲ ਜਾਂਦਾ ਜਾਪਦਾ ਉਹ ਆਪਦੀ ਚਾਰਾਜੋਈ ਕਰ ਰਿਹਾ ਤੇ ਇਸੇ ਤਰ੍ਹਾਂ ਹੀ ਕਿਉਂਕਿ ਤੀਜਾ ਫਰੰਟ ਦਾ ਡਰ ਵੀ ਇਹਨਾਂ ਨੂੰ ਕਿਸੇ ਹੱਦ ਤੱਕ ਸਤਾ ਰਿਹਾ ਹੈ ਇਹੋ ਹੀ ਕਾਰਨ ਹੈ ਕਿ ਸਾਰੀਆਂ ਐਕਟੀਵਿਟੀਆਂ ਹੁਣ ਇੱਕ ਟਾਈਮ ਦੇ ਵੀ ਨੇੜੇ ਜਾ ਕੇ ਪਹੁੰਚ ਕੇ ਸ਼ੁਰੂ ਕਰਨ ਜਾ ਰਹੇ ਨੇ ਮਿਹਰਬਾਨੀ ਹੋਣਾ ਇਹਦੇ ਵਿੱਚ ਨਿਕਲਣਾ ਕੁਝ ਵੀ ਨਹੀਂਗਾ ਮਿਹਰਬਾਨੀ ਸਾਧੂ ਸਿੰਘ ਜੀ ਕਾਲ ਕਰਦੇ ਰਹੋ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਇਨਫੈਕਟ ਸਾਡੇ ਕੋਲ ਆਲਮੋਸਟ ਕਰੀਬ 50 ਦੇ ਕਰੀਬ ਕਮੈਂਟ ਫੇਸਬੁੱਕ ਪੇजेस ਦੇ ਉੱਪਰ ਆਏ ਆ ਔਰ ਕਈ ਬੜੇ ਵਧੀਆ ਕਮੈਂਟ ਇਨਸਾਈਸਿਵ ਕਮੈਂਟ ਵੀ ਸਾਨੂੰ ਆਏ ਆ ਸਿਕੰਦਰ ਸਿੰਘ ਔਜਲਾ ਦਾ ਵੀ ਕਮੈਂਟ ਆਇਆ ਕਿ ਸਿਰਫ ਸਿਆਸਤ ਹੋਣੀ ਹੈ ਜੀ ਕਿਸੇ ਪਾਸੇ ਨਹੀਂ ਇਹ ਗੱਲ ਲੱਗਣੀ ਕਾਫੀ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਆ ਕਾਫੀ ਲੋਕਾਂ ਨੂੰ ਹਾਲੀ ਵੀ ਲੱਗਦਾ ਵਾ ਉਹਨਾਂ ਨੂੰ ਸ਼ੰਕਾਵਾਂ ਵਾਂ ਵੀ ਇਹਦੇ ਚੋਂ ਕੁਝ ਨਹੀਂ ਨਿਕਲਣਾ ਵਿਲ ਟੇਕ ਇੱਕ ਹੋਰ ਕਾਲ ਲੈ ਕੇ ਉਸ ਤੋਂ ਬਾਅਦ ਫਿਰ ਛੋਟੀ ਜੀ ਬ੍ਰੇਕ ਫਿਰ ਲਵਾਂਗੇ ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਗੁਲਿੰਦਰ ਜੀ ਹਾਂਜੀ ਵੀਰ ਜੀ ਵੈਸੇ ਨਾ ਜਿਹੜੀ ਇਹ ਗੱਲ ਹੋ ਰਹੀ ਹੈ ਵੈਸੇ ਲੱਗਦੀ ਬੜੀ ਆਸ਼ਾਵਾਦੀ ਹੈ ਪਰ ਇਹ ਚ ਨਿਕਲਣਾ ਕੁਝ ਨਹੀਂ ਉਹ ਕਿਉਂ ਲੱਗਦਾ ਤੁਹਾਨੂੰ ਇੱਕ ਪਾਸੇ ਆਪਾਂ ਨੇ ਆਸ਼ਾਵਾਦੀ ਆਪਣਾ ਰਣਵੀਰ ਸਿੰਘ ਆਪਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਬਹੁਤ ਨੇੜੇ ਦੇ ਸੰਬੰਧ ਨੇ ਉਹ ਹੈਗਾ ਬਾਦਲ ਦਾ ਬਹੁਤ ਨੇੜੇ ਦਾ ਬੰਦਾ ਅੱਛਾ ਜੀ ਇਹ ਸਾਰੀ ਬਾਦਲ ਪਰਿਵਾਰ ਵੱਲੋਂ ਸਟੀਅਰਿੰਗ ਘੁਮਾ ਕੇ ਹੁਣ ਡੇਰੇ ਵਾਲਾ ਮਰਿਆ ਹੋਇਆ ਅੰਦਰ 20-30-100 ਸਾਲ ਪਤਾ ਨਹੀਂ ਉਹਨੇ ਕਿੰਨੇ ਰਹਿਣਾ ਕੁਛ ਉਹਦਾ ਨਾ ਕੋਈ ਜਾਣ ਕੁਛ ਮਰਜ਼ੀ ਕਰੀ ਜਾਣ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਜੀ ਜਿਹੜੇ ਬੰਦੇ ਫੜਦੇ ਆ ਉਹ ਬੰਦੇ ਵਿਚਾਰੇ ਇਲਿਟਰੇਟ ਨੇ ਬਹੁਤ ਥੱਲੇ ਵਾਲੇ ਨੇ ਨਾ ਉਹਨਾਂ ਦਾ ਕਿਸੇ ਨੇ ਪਿੱਛਾ ਕਰਨਾ ਉਹਨਾਂ ਨੂੰ ਖਿੱਚੀ ਫਿਰਨਗੇ ਪਰ ਐਕਚੁਅਲੀ ਇਹ ਕਾਂਗਰਸੀ ਤੇ ਆਪਣੇ ਕਾਲੀ ਰਲ ਮਿਲ ਕੇ ਟਾਈਮ ਦੇ ਨਾਲ ਸਟੀਅਰਿੰਗ ਬਾਦਲ ਪਰਿਵਾਰ ਤੋਂ ਪਰਾਂ ਨੂੰ ਘੁਮਾ ਰਹੇ ਆ ਜਿਹੜੀ ਲੋਕਾਂ ਦੀ ਵੀ ਜਿਹੜੀਆਂ ਫੀਲਿੰਗਸ ਨੇ ਉਹ ਦੈਟਸ ਬਿਕਾਜ਼ ਕਾਂਗਰਸ ਟ੍ਰਾਈਂਗ ਟੂ ਗਿਵ them a space ਬਾਦਲ ਪਰਿਵਾਰ ਨੂੰ ਵੀ ਗਰੋ ਅਪ ਇਨ ਦਾ ਪੋਲੀਟੀਕਲ ਸਿਸਟਮ ਗੁਲਿੰਦਰ ਜੀ ਪਰ ਸਿਰਫ ਥੱਲੇ ਵਾਲੇ ਬੰਦੇ ਨਹੀਂ ਫੜੇ ਗਏ ਪਹਿਲਾਂ ਮਹਿੰਦਰਪਾਲ ਬਿੱਟੂ ਨੂੰ ਫੜਿਆ ਹੁਣ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ ਇਹਦਾ ਮਤਲਬ ਇਹ ਗੱਲ ਹੁਣ ਉੱਤੇ ਪਹੁੰਚ ਰਹੀ ਹੈ ਪਰ ਫਿਰ ਵੀ ਆਪਾਂ ਨੂੰ ਸ਼ੰਕਾ ਕਿਉਂ ਆ ਪਰ ਦੇਖੋ ਡੇਰਾ ਮੁਖੀ ਨੂੰ ਤਾਂ ਨਾਮਜ਼ਦ ਉਦੋਂ ਕਰਦੇ ਨੇ ਜਦੋਂ ਬਾਹਰ ਸੀਗਾ ਉਹ ਹੁਣ ਤਾਂ ਉਹ ਅੰਦਰ ਆ ਉਹਨੇ ਫਾਰ ਲਾਈਫ ਟਾਈਮ ਉਹਨੇ ਬਾਹਰ ਆਣਾ ਨਹੀਂਗਾ ਉਹਨੂੰ ਨਾਮਜ਼ਦ ਕਰੋ ਨਾ ਕਰੋ ਤੇ ਨਾ ਕੋਈ ਫਰਕ ਨਹੀਂ ਪੈਣਾ ਇਹ ਸਿਰਫ ਵੀ ਉਹਦੇ ਕਰਨੇ ਹੋ ਸਕਦਾ ਉਹਦੀ ਇੰਟਰੋਗੇਸ਼ਨ ਦੇ ਵਿੱਚ ਡੇਰਾ ਮੁਖੀ ਕਿਸੇ ਗੱਲ ਨੂੰ ਹੋਰ ਕਿਸੇ ਪਾਸੇ ਤੋਰੇ ਇਹ ਵੀ ਹੋ ਸਕਦਾ ਨਾ ਹਾਂਜੀ ਵੀ ਤੋੜਨੀ ਹੁੰਦੀ ਤਾਂ ਇੰਨਾ ਚਿਰ ਲੰਘਣਾ ਨਹੀਂ ਚਾਹੀਦਾ ਸੀ ਉਦੋਂ ਤੱਕ ਪਹੁੰਚ ਜਾਣੀ ਚਾਹੀਦੀ ਸੀ ਪਰ ਇਹ ਸਾਰੀ ਇਹ ਮੈਨੂੰ ਮੇਰੀ ਪਰਸਨਲ ਫੀਲਿੰਗਸ ਨੇ ਬਾਕੀ ਕੁਝ ਹੋ ਵੀ ਸਕਦਾ ਵੀ ਇਹਦੇ ਵਿੱਚੋਂ ਨਿਕਲਣਾ ਕੁਝ ਨਹੀਂ ਬਸ ਸਿਰਫ ਅਕਾਲੀ ਦਲ ਨੂੰ ਸਪੇਸ ਦਿੱਤੀ ਜਾ ਰਹੀ ਹੈ ਵੀ ਤੁਹਾਡੇ ਵੱਲੋਂ ਸਟੋਰਿੰਗ ਘੁਮਾ ਕੇ ਡੇਰਾ ਮੁਖੀ ਵੱਲ ਨੂੰ ਕਰਦੇ ਹੋ ਤੁਸੀਂ ਆਪਣੀ ਥੋੜੀ ਆਪਣੀ ਤਾਕਤ ਬਣਾਓ ਕਿਉਂਕਿ ਜਿਹੜਾ ਅੱਗੇ ਇਲੈਕਸ਼ਨ ਆ ਰਹੀਆਂ ਵੀ ਕਾਂਗਰਸ ਨਾ ਆਵੇ ਤਾਂ ਬਾਦਲ ਦਲ ਆਵੇ ਦੂਜੇ ਨਾ ਆਣ ਓਕੇ ਮਿਹਰਬਾਨੀ ਗੁਰਿੰਦਰ ਗਿੱਲ ਜੀ ਗੁਰਿੰਦਰ ਗਿੱਲ ਨੂੰ ਡਾਊਟ ਹੈ ਵੀ ਇਹ ਸਹੀ ਵਾਕਈ ਇਹਨੂੰ ਇੱਕ ਸਹੀ ਇਨਸਾਫ ਮਿਲਣ ਵੱਲ ਨੂੰ ਇਹ ਗੱਲ ਤੁਰ ਰਹੀ ਆ ਉਹਨਾਂ ਨੂੰ ਲੱਗਦਾ ਵਾ ਕਿ ਬਾਦਲ ਪਰਿਵਾਰ ਨੂੰ ਇੱਕ ਬਚਾਉਣ ਦੀ ਕੋਸ਼ਿਸ਼ ਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਰਣਬੀਰ ਸਿੰਘ ਖੱਟੜਾ ਦੇ ਬੜੇ ਕਲੋਜ਼ ਬਾਦਲ ਪਰਿਵਾਰ ਦੇ ਨਾਲ ਸੰਬੰਧ ਨੇ ਜ਼ਰੂਰ ਰਹੇ ਹੋਣਗੇ
ਪਰ ਮੇਰੇ ਖਿਆਲ ਆ, ਮੇਰਾ ਆਪਣਾ ਮੰਨਣਾ ਵਾ ਕਿ ਸ਼ਾयद ਅਫਸਰ ਜਿਹੜਾ ਵਾ ਉਹਨੇ ਆਪਣੀ ਇੱਕ ਆਪਣੀ ਡਿਊਟੀ ਵੀ ਕਰਨੀ ਹੁੰਦੀ ਹੈ, ਔਰ ਅਸੀਂ ਆਸ ਕਰਦੇ ਹਾਂ ਕਿ ਉਹ ਆਪਣੀ ਡਿਊਟੀ ਨਿਭਾ ਰਹੇ ਆ, ਨਾ ਕਿ ਕੋਈ ਸਿਆਸੀ ਏਜੰਡਾ ਜਿਹੜਾ ਵਾ ਉਹਦੀ ਪੂਰਤੀ ਉਹ ਕਰ ਰਿਹਾ। ਮੀਨਵਾਈਲ ਮੈਂ ਦੱਸ ਰਿਹਾ ਵੀ ਆਲਮੋਸਟ 50 ਦੇ ਕਰੀਬ ਕਮੈਂਟ ਜਿਹੜੇ ਆ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਕਾਲ ਜਿਹੜੀ ਅਗਲੀ ਡ੍ਰੌਪ ਹੋ ਗਈ, ਮੈਨੂੰ ਲੱਗਾ ਕਿ ਸ਼ਾਇਦ ਕਾਲ ਜੁੜੀ ਸੀਗੀ, ਸ਼ਾਇਦ ਜਾਂ ਕਾਲ ਜੁੜੀ ਨਹੀਂ ਜਾਂ ਡ੍ਰੌਪ ਹੋ ਗਈ। ਮੀਨਵਾਈਲ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਜਿਹੜੇ ਡੇਰਾ ਮੁਖੀ ਨੂੰ ਨਾਮਜ਼ਦ ਕੀਤਾ ਵਾ, ਕੀ ਇਹਦੇ ਨਾਲ ਹੁਣ ਇਨਸਾਫ ਦੀ ਆਪਾਂ ਬੇਅਦਬੀ ਦੇ ਮਸਲਿਆਂ ਦੇ ਵਿੱਚ ਇਨਸਾਫ ਦੀ ਆਪਾਂ ਆਸ ਕਰ ਸਕਦੇ ਹਾਂ? ਇਹਦੇ ਤੇ ਆਪਾਂ ਵਿਚਾਰ ਚਰਚਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ, ਔਰ ਬਾਕੀ ਫੇਸਬੁੱਕ ਤੇ ਕਮੈਂਟ ਵੀ ਮੈਂ ਸ਼ੇਅਰ ਕਰੂੰਗਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। This program is sponsored by Prime Link Express, Gurmeet Madi, Union Truck Stop, Bakersfield, Sukhi Kuman। ਪੰਜਾਬੀਆਂ ਦਾ ਆਪਣਾ ਬਾਜ਼ਾਰ ਹੈ। ਇੱਥੇ ਫਰੈਸ਼ ਸਬਜ਼ੀਆਂ, ਫਰੈਸ਼ ਫਰੂਟ, ਵਧੀਆਂ ਦਾਲਾਂ, ਇੱਕੋ ਛੱਤ ਹੇਠਾਂ ਘਰ ਦੀ ਜ਼ਰੂਰਤ ਦਾ ਹਰ ਸਮਾਨ ਖਰੀਦਣ ਲਈ ਜ਼ਰੂਰ ਆਓ। ਕੰਪਨੀ ਆਪਣੇ ਗ੍ਰਾਹਕਾਂ ਲਈ ਸਮੇਂ-ਸਮੇਂ ਤੇ ਬੈਸਟ ਡੀਲ ਵੀ ਦਿੰਦੀ ਹੈ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਆਪਣਾ ਬਾਜ਼ਾਰ 2975 JFK ਬੁਲੇਵਾਰਡ, ਜਰਸੀ ਸਿਟੀ 07306 ਅਤੇ 2631 ਸਟਰੀਟ ਰੋਡ, ਬੈਂਸਲਮ, ਪੈਂਸਿਲਵੇਨੀਆ 19020। ਸੁਹਾਗ ਜੁਐਲਰਸ, ਪੰਜਾਬੀਆਂ ਦਾ ਆਪਣਾ ਜੁਐਲਰੀ ਸਟੋਰ। ਵਿਆਹ ਸ਼ਾਦੀ ਤੇ ਹੋਰ ਮੌਕਿਆਂ ਲਈ ਲੇਟੈਸਟ ਡਿਜ਼ਾਈਨ ਦੇ ਗਹਿਣੇ ਵਾਜਿਬ ਕੀਮਤ ਤੇ ਖਰੀਦਣ ਦੇ ਲਈ ਸੁਹਾਗ ਜੁਐਲਰਸ, ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। Call Surinder or Anu at 732-283-1200 or 732-283-3600। ਪੰਜਾਬੀਆਂ ਦਾ ਮਨ ਪਾਉਂਦਾ ਸਟੋਰ ਸੁਹਾਗ ਜੁਐਲਰਸ, 1367 ਓਕ ਟ੍ਰੀ ਰੋਡ, ਇਸਲਿਨ, ਨਿਊ ਜਰਸੀ। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਇਹਨਾਂ ਦੇ ਨਾਲ ਸਿੱਧੀ ਗੱਲਬਾਤ ਲਈ ਤੁਸੀਂ ਹਰ ਵੀਰਵਾਰ ਨੂੰ ਲਾਈਵ ਸ਼ੋਅ ਦੇ ਜ਼ਰੀਏ ਜੁੜ ਸਕਦੇ ਹੋ। ਜੇਕਰ ਤੁਸੀਂ ਆਪਣੇ ਸੁਪਨਿਆਂ ਦੇ ਘਰ ਦੀ ਤਲਾਸ਼ ਵਿੱਚ ਹੋ ਤਾਂ ਹੁਣ ਤੁਹਾਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ। ਅਸੀਂ ਤੁਹਾਨੂੰ ਨਿਊਯਾਰਕ ਵਿੱਚ ਵਾਜਿਬ ਰੇਟ ਤੇ ਸਾਫ਼ ਸੁਥਰਾ ਘਰ ਬਣਾ ਕੇ ਅਤੇ ਰੈਨੋਵੇਟ ਕਰਕੇ ਦੇਵਾਂਗੇ। ਜੀ ਹਾਂ, ਸਾਡੇ ਕੋਲ ਨਿਊਯਾਰਕ ਵਿੱਚ ਕਈ ਘਰ ਬਿਲਕੁਲ ਤਿਆਰ ਪਏ ਨੇ। ਫਿਰ ਦੇਰ ਕਿਸ ਗੱਲ ਦੀ? ਕਾਲ ਕਰਨ ਲਈ ਡਾਇਲ ਕਰੋ 9172250888 ਤੇ। ਅਸ਼ੋਕ ਮਾਹੀ ਜੀ ਤੁਹਾਡੇ ਲਈ ਆਪਣੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰਨਗੇ। 501 ਸਾਊਥ ਯੂਨੀਅਨ ਵਿਲੇਜ, ਬੇਕਰਸਫੀਲਡ, ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ, ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500, 661 885 8858। ਨਿਊ ਜਰਸੀ ਦੇ ਕੋਲ ਰਾਊਟ 19 ਅਤੇ ਹੋਰ ਲੋਕੇਸ਼ਨ ਤੇ ਟਰੱਕ ਡਰਾਈਵਰ ਵੀਰਾਂ ਲਈ ਸਸਤਾ ਡੀਜ਼ਲ ਅਤੇ ਨਾਨ ਕੰਪੈਰੀਟਿਵਲੀ ਗੈਸ ਪ੍ਰਾਈਸ ਵਾਸਤੇ ਹਮੇਸ਼ਾ ਯਾਦ ਰੱਖੋ ਫਿਊਲ 1 ਸਾਡਾ 690 RT1 ਨਾਰਥ ਐਡੀਸਨ ਅਤੇ ਵੱਡਾ ਕਰਾਊਨ ਡੀਪੂ, ਜਿੱਥੇ ਟਰੱਕ ਸਰਵਿਸ ਅਤੇ ਟਾਇਰ ਸਰਵਿਸ ਵਾਜਿਬ ਰੇਟਾਂ ਤੇ ਕੀਤੀ ਜਾਂਦੀ ਹੈ। ਡੀਜ਼ਲ ਨਾਲ ਸਕੇਲ ਸੁਵਿਧਾ ਵੀ ਹੈ ਉਪਲਬਧ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 732 572 4411। ਪੰਜਾਬੀਆਂ ਦੇ ਦਿਲ ਸਟਾਕਟਨ ਵਿਖੇ ਟਰੱਕ ਡਰਾਈਵਰ ਭਰਾਵਾਂ ਲਈ ਸਹੂਲਤਾਂ ਭਰਿਆ ਵੈਨਕੋ ਟਰੱਕ ਐਂਡ ਆਟੋ ਪਲਾਜ਼ਾ, ਜਿੱਥੇ ਟਰੱਕ ਡਰਾਈਵਰ ਵੀਰਾਂ ਲਈ ਸਸਤੇ ਅਤੇ ਭਰੋਸੇਮੰਦ ਰੇਟ ਤੇ ਡੀਜ਼ਲ ਅਤੇ ਹੋਰ ਸਮਾਨ 24 ਘੰਟੇ ਉਪਲਬਧ ਹੈ। ਟਰੱਕਾਂ ਨੂੰ ਪਾਰਕ ਕਰਨ ਤੇ ਡਰਾਈਵਰ ਵੀਰਾਂ ਵਾਸਤੇ ਆਧੁਨਿਕ ਤੇ ਸਾਫ਼ ਸੁਥਰੇ ਸ਼ਾਵਰ,
ਖਾਣ ਪੀਣ ਦੇ ਤਾਜ਼ੇ ਫੂਡ ਦੀ ਸੁਵਿਧਾ ਹਾਈਵੇ ਦੇ ਚਾਰਟਰ ਵੇ ਐਗਜ਼ਿਟ ਦੇ ਐਨ ਉੱਪਰ। ਵਧੇਰੇ ਜਾਣਕਾਰੀ ਲਈ ਮਲਕੀਤ ਸਿੰਘ ਬੋਪਾਰਾਏ ਨੂੰ ਹੇਠ ਲਿਖੇ ਨੰਬਰ ਤੇ ਕਾਲ ਕਰੋ। This program is sponsored by Prime Link Express, Gurmeet Mali, Union Truck Stop, Bakersfield, Sukhi Kuman। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਇਸ ਲਾਈਵ ਸ਼ੋਅ ਦੇ ਵਿੱਚ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਡੇਰਾ ਮੁਖੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇੱਕ ਮਸਲੇ 'ਚ ਨਾਮਜ਼ਦ ਕਰਨ ਬਾਰੇ। ਕੀ ਇਹਦਾ ਪੰਜਾਬ ਦੀ ਸਿਆਸਤ ਦੇ ਉੱਤੇ ਕੋਈ ਅਸਰ ਪਵੇਗਾ, ਇਹਦੇ ਤੇ ਗੱਲਬਾਤ ਹੋ ਰਹੀ ਹੈ। ਆਸ਼ੂ ਖਾਨ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਨੇ। ਅਮਰਿੰਦਰ ਸਿੰਘ ਮਿਨਹਾਸ ਯੂਕੇ ਤੋਂ ਇਸ ਵੇਲੇ ਪ੍ਰੋਗਰਾਮ ਦੇਖ ਰਹੇ ਨੇ। ਉਹ ਕਹਿ ਰਹੇ ਨੇ ਕਿ ਇਹ ਕਾਂਗਰਸ ਨੂੰ ਦੀ ਜਿੱਤ ਹੋਊਗੀ ਜੋ ਹੋ ਰਿਹਾ ਇਹਦੇ ਕਰਕੇ। ਪਵਨ ਅਹੂਜਾ ਪੁੱਛ ਰਹੇ ਨੇ ਕਿ ਪੁਲਿਸ ਅਫਸਰ ਜਿਨ੍ਹਾਂ ਨੇ ਜਿਹੜੇ ਗੋਲੀकांड ਦੇ ਵਿੱਚ ਜਿਹੜਿਆਂ ਦੀ ਇਨਵੋਲਵਮੈਂਟ ਸੀ, ਜਿਹਦੇ ਕਰਕੇ 2 ਨੌਜਵਾਨ ਮਾਰੇ ਗਏ ਸੀ, ਉਹਨਾਂ ਨੂੰ ਸਜ਼ਾ ਹੋਵੇਗੀ। ਕਾਫੀ ਇਸ ਵੇਲੇ ਅਰੈਸਟ ਨੇ ਜੀ। ਸਿਰਫ 1-2 ਸੀਨੀਅਰ ਅਧਿਕਾਰੀ ਜਿਹੜੇ ਆ ਪੁਲਿਸ ਦੇ ਉਹ ਅਰੈਸਟ ਹੋਣੇ ਬਾਕੀ ਆ। ਕੁਝ ਸਿਆਸੀ ਲੀਡਰਾਂ ਵੱਲ ਵੀ ਇਸ਼ਾਰਾ ਹੋ ਰਿਹਾ ਵਾ, ਉਹਨਾਂ ਵੱਲ ਵੀ ਸ਼ੱਕ ਦੀ ਸੂਈ ਜਾ ਰਹੀ ਹੈ। ਦੇਖਦੇ ਹਾਂ ਅਰੈਸਟ ਹੁੰਦੇ ਕਿ ਨਹੀਂ ਹੁੰਦੇ। ਮਨਜੀਤ ਸੰਦਰ ਦਾ ਖਿਆਲ ਆ ਕਿ ਇਹ ਪਾਣੀ 'ਚ ਮਧਾਰੀ ਰਿੜਕਣ ਵਾਲੀ ਗੱਲ ਆ, ਨਿਕਲਣਾ ਕੁਛ ਨਹੀਂ ਗਾ। ਜਿਹੜੇ ਜੁਰਮ ਕਰਦੇ ਆ ਲੋਕ ਉਹੀ ਸੱਤਾ ਦੇ ਵਿੱਚ ਨੇ, ਸੱਤਾ ਤੇ ਕਾਬਜ਼ ਨੇ, ਇਹ ਉਹਨਾਂ ਦਾ ਵਿਚਾਰ ਆ। ਮੀਨਵਾਈਲ ਰਣਵਿਜੇ ਸਿੰਘ ਚੌਹਾਨ ਵੀ ਸਾਡੇ ਨਾਲ ਫੇਸਬੁੱਕ ਦੇ ਉੱਪਰ ਜੁੜੇ ਨੇ। ਉਹ ਕਹਿ ਰਹੇ ਨੇ, ਉਹਨਾਂ ਨੇ ਕਿਹਾ ਵਾ ਕਿ ਤੁਹਾਨੂੰ ਲੱਗਦਾ ਵਾ ਵੀ ਸਿਰਸੇ ਵੇਲੇ ਦੀ ਇੰਟਰੋਗੇਸ਼ਨ ਹੋਊ। ਉਹ ਇਹਦੇ ਤੇ ਸਵਾਲ ਖੜੇ ਕਰ ਰਹੇ ਆ। ਰਵਿੰਦਰ ਸਿੰਘ ਸੋਢੀ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਫੇਸਬੁੱਕ ਦੇ ਉੱਪਰ। ਉਹ ਕਹਿ ਰਹੇ ਨੇ ਕਿ ਡੇਰਾ ਮੁਖੀ ਨੂੰ ਨਾਮਜ਼ਦ ਕਰਨਾ ਸਿਰਫ ਰਾਜਨੀਤੀ ਹੀ ਹੋ ਰਹੀ ਆ ਔਰ ਇਸ ਗੱਲ ਨੂੰ ਹਮੇਸ਼ਾ ਸਾਨੂੰ ਧਿਆਨ 'ਚ ਰੱਖਣਾ ਪਊਗਾ ਕਿਉਂਕਿ ਉਹ 2 ਕੇਸਾਂ 'ਚ ਆਲਰੇਡੀ ਸਜ਼ਾ ਭੁਗਤ ਰਿਹਾ। ਸੋ ਉਹਨਾਂ ਨੂੰ ਨਾਮਜ਼ਦ ਕਰਨਾ ਕੋਈ ਬਹੁਤਾ ਮਾਇਨਾ ਨਹੀਂ ਰੱਖਦਾ, ਇਹ ਉਹਨਾਂ ਦਾ ਵਿਚਾਰ ਆ। ਰਵਿੰਦਰ ਸਿੰਘ ਸੋਢੀ ਹੋਣਾ ਦਾ ਇਹ ਵਿਚਾਰ ਆ। ਮੀਨਵਾਈਲ ਹੋਰ ਵੀ ਸਾਡੇ ਨਾਲ ਕਾਫੀ ਸੱਜਣ ਲਗਾਤਾਰ ਫੇਸਬੁੱਕ ਦੇ ਉੱਪਰ ਜੁੜ ਰਹੇ ਆ। ਆਲਮੋਸਟ 70 ਲੋਕ ਸਾਡੇ ਨਾਲ ਫੇਸਬੁੱਕ ਦੇ ਉੱਪਰ ਅੱਜ ਦੇ ਸ਼ੋਅ ਦੇ ਵਿੱਚ ਜੁੜੇ ਆ। ਅੱਜ ਦਾ ਟੌਪਿਕ ਤੁਹਾਡੇ ਸਾਹਮਣੇ ਆ। ਕੀ ਲੱਗਦਾ ਵਾ ਕਿ ਡੇਰਾ ਮੁਖੀ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕਰਨ ਦੇ ਨਾਲ ਇਨਸਾਫ ਦੀ ਆਸ ਕੀਤੀ ਜਾ ਸਕਦੀ ਆ? ਤੁਹਾਨੂੰ ਲੱਗਦਾ ਵਾ ਕਿ ਵਾਕਈ ਡੇਰਾ ਮੁਖੀ ਨੂੰ ਸਜ਼ਾ ਮਿਲ ਸਕਦੀ ਹੈ? ਤੁਹਾਨੂੰ ਲੱਗਦਾ ਵਾ ਵੀ ਜਿਹੜੀਆਂ ਹੁਣ ਤੱਕ ਦੀ ਤਫਤੀਸ਼ ਆ ਉਹਦੀਆਂ ਕੜੀਆਂ ਜੁੜ ਕੇ ਡੇਰਾ ਮੁਖੀ ਤੱਕ ਜਾਂ ਹੋਰ ਕਿਸੇ ਤੱਕ ਪਹੁੰਚ ਸਕਦੀਆਂ ਵਾ? ਇਹਦਾ ਸਿਆਸੀ ਫਾਇਦਾ ਕਿਸ ਪਾਰਟੀ ਨੂੰ ਹੋ ਸਕਦਾ ਵਾ? ਇਹ ਸਾਰੇ ਇਸ ਵੇਲੇ ਸਵਾਲ ਨੇ ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੱਸਣੇ ਹੋਣ ਤੇ ਸਾਡੇ 2 ਨੰਬਰਸ ਨੇ। ਇੱਕ ਨੰਬਰ ਹੈ ਅਮਰੀਕਾ ਦਾ ਨੰਬਰ 7187753585 ਔਰ ਦੂਸਰਾ ਨੰਬਰ ਹੈ ਚੰਡੀਗੜ੍ਹ ਦਾ, ਜਿੱਥੇ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਜੀ। ਚੰਡੀਗੜ੍ਹ ਦਾ ਨੰਬਰ ਹੈ 47844001। ਮਨਜੀਤ ਸੰਦਰ ਕਹਿ ਰਹੇ ਨੇ ਕਿ ਬਿਲਕੁਲ ਇਸ ਤੇ ਵੀ ਗੱਲ ਹੋਣੀ ਚਾਹੀਦੀ ਹੈ। ਸ਼ਾਇਦ ਉਹ ਜਿਹੜੀ ਪਰਮਜੋਤ ਦੀ ਗੱਲ ਸੀ ਉਹਦੇ ਤੇ ਉਹ ਸ਼ਾਇਦ ਕਹਿ ਰਹੇ ਨੇ ਕਿ ਜਿਹੜੀ ਉਹ ਸ਼ਬੀਲ ਵਾਲਾ ਵਾਕਿਆ ਸੀ ਜਿੱਥੇ ਢੱਡਰੀਆਂ ਵਾਲੇ ਦੇ ਇੱਕ ਬਹੁਤ ਕਲੋਜ਼ ਸ਼ਰਧਾਲੂ ਦੀ ਉਹਨਾਂ ਦੇ ਸਾਥੀ ਦੀ ਮੌਤ ਹੋ ਗਈ ਸੀ, ਉਸ ਕੇਸ ਦੀ ਵੀ ਦੇ ਡਿਸਕਸ਼ਨ ਕਿਸੇ ਦਿਨ ਜ਼ਰੂਰ ਕਰਾਂਗੇ ਜੀ, ਜ਼ਰੂਰ ਕਰਾਂਗੇ। ਹੋਰ ਵੀ ਮਸਲਾ ਜੇ ਤੁਹਾਨੂੰ ਲੱਗੇ ਜੇ ਤੇ ਡਿਸਕਸ਼ਨ ਦੀ ਲੋੜ ਆ ਤੇ ਜ਼ਰੂਰ ਦੱਸ ਦਿਓ। ਇਸ ਤੋਂ ਪਹਿਲਾਂ ਕਿ ਅਗਲੀ ਕਾਲ ਆਵੇ ਮੈਂ ਥੋੜਾ ਜਿਹਾ ਬੈਕਗਰਾਉਂਡ ਦੱਸਣਾ ਚਾਹੁੰਦਾ ਵਾਂ। ਸੌਰੀ 2015 ਦੇ ਵਿੱਚ ਬਹੁਤ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਵਾਕਿਆ ਹੋਏ ਸਨ। ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਾਕਿਆ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚ ਜੂਨ 1 ਨੂੰ ਹੋਇਆ ਸੀ। ਉਸ ਤੋਂ ਪਹਿਲਾਂ ਉੱਥੇ ਕੋਈ ਟੈਨਸ਼ਨ ਸੀ। ਕੁਝ ਡੇਰਾ ਦੇ ਪ੍ਰੇਮੀ ਸਨ ਜਿਨ੍ਹਾਂ ਦੇ ਲੋਕੇਟ ਜਿਹੜੇ ਡੇਰਾ ਮੁਖੀ ਨੇ ਉਹਨਾਂ ਨੂੰ ਦਿੱਤੇ ਸਨ। ਉਹ ਉੱਥੇ ਇੱਕ ਧਾਰਮਿਕ ਪ੍ਰਚਾਰਕ ਨੇ ਉਹਨਾਂ ਨੂੰ ਕਹਿ ਕੇ ਵੀ ਇਹਦੀ ਲੋੜ ਨਹੀਂ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ। ਉਹਨਾਂ ਨੇ ਉਹ ਲੋਕੇਟ ਉਤਾਰ ਦਿੱਤੇ। ਇਹਦੀ ਬਦਲੇ ਦੀ ਭਾਵਨਾ ਦੇ ਨਾਲ ਇਹ ਕਿਹਾ ਜਾਂਦਾ ਵਾ ਕਿ ਡੇਰਾ ਸੱਚਾ ਸੌਦਾ ਦੇ ਹੈੱਡਕੁਆਟਰਸ ਦੇ ਵਿੱਚ ਇੱਕ ਸਾਜ਼ਿਸ਼ ਰਚੀ ਗਈ ਕਿ ਇਹਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਇਹਨਾਂ ਨੂੰ ਸਬਕ ਸਿਖਾਉਣ ਦੀ ਲੋੜ ਆ, ਇਹ ਜਿਹੜੇ ਲੋਕੀ ਪ੍ਰਚਾਰ ਕਰਦੇ ਆ। ਔਰ ਸ਼ਾਇਦ ਇਹ ਸਾਰੇ ਜਿਹੜੇ ਵਾਕਿਆ ਹੋਏ, ਬਹੁਤ ਸਾਰੇ 70-80 ਵਾਕਿਆ ਹੋਏ ਪੰਜਾਬ ਭਰ ਦੇ ਵਿੱਚ, ਔਰ ਜਿਹਦੇ ਕਰਕੇ ਬਹੁਤ ਜ਼ਿਆਦਾ ਟੈਨਸ਼ਨ ਹੋ ਗਈ। ਔਰ ਕੋਟਕਪੂਰਾ ਔਰ ਬਾਈਬਲ ਕਲਾਂ ਦੇ ਵਿੱਚ ਲੋਕੀ ਵੀ ਇਕੱਠੇ ਹੋਏ, ਉਹਨਾਂ ਨੇ ਮੁਜ਼ਾਹਰੇ ਕੀਤੇ। ਔਰ ਇੱਕ ਮੁਜ਼ਾਹਰੇ ਦੇ ਉੱਤੇ
ਕੋਟਕਪੂਰਾ ਦੇ ਵਿੱਚ ਪਹਿਲਾਂ ਫਾਇਰਿੰਗ ਹੋਈ ਔਰ ਉਸ ਤੋਂ ਬਾਅਦ ਫਿਰ ਬਾਈਬਲ ਕਲਾਂ ਦੇ ਵਿੱਚ ਹੋਈ, ਜਿਹਦੇ ਵਿੱਚ 2 ਨੌਜਵਾਨ ਜਿਹੜੇ ਆ ਉਹ ਮਾਰੇ ਗਏ। ਇਸ ਕੇਸ ਕਰਕੇ ਲੋਕਾਂ ਦੇ ਵਿੱਚ ਬਹੁਤ ਪੀੜ ਸੀ, ਬਹੁਤ ਦਰਦ ਸੀ, ਬਹੁਤ ਗੁੱਸਾ ਸੀ ਔਰ ਲਗਾਤਾਰ ਉੱਥੇ ਪ੍ਰੋਟੈਸਟ ਹੁੰਦੇ ਰਹੇ ਔਰ ਅਖੀਰ ਸਰਕਾਰ ਨੇ ਬਾਦਲ ਸਰਕਾਰ ਨੇ ਇਹ ਕੇਸ CBI ਨੂੰ ਸੌਂਪ ਦਿੱਤਾ। ਇਸ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ CBI ਤੋਂ ਵਾਪਸ ਲੈ ਲਏ। CBI ਉਹ ਕੇਸ ਛੱਡਣਾ ਨਹੀਂ ਸੀ ਚਾਹੁੰਦੀ। ਇਹ ਜਦੋਜਹਿਦ ਤੋਂ ਬਾਅਦ ਹੁਣ ਕੇਸਾਂ ਦੀ ਤਫਤੀਸ਼ ਜਿਹੜੀ ਆ ਉਹ ਪੰਜਾਬ ਪੁਲਿਸ ਕਰ ਰਹੀ ਆ। ਰਣਬੀਰ ਸਿੰਘ ਖਟਰਾ SIT ਦੇ ਮੁਖੀ ਨੇ। ਲੇਕਿਨ ਇੱਕ ਦੂਸਰੀ ਪਾਸੇ ਇੱਕ SIT ਬਣੀ ਆ, ਜਿਹੜੀ SIT ਬਣੀ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੋਂ ਬਾਅਦ। ਪਹਿਲੋਂ ਇਹਨਾਂ ਕੇਸਿਸ ਦੀ ਤਫਤੀਸ਼ ਕੀਤੀ ਸੀ ਜਸਟਿਸ ਜ਼ੋਰਾ ਸਿੰਘ ਨੇ। ਉਹਨਾਂ ਨੇ ਆਪਣੀ ਰਿਪੋਰਟ ਠੀਕ ਚੋਣਾਂ ਤੋਂ ਪਹਿਲਾਂ ਦਿੱਤੀ ਸੀ ਔਰ ਉਸ ਤੋਂ ਬਾਅਦ ਫਿਰ ਜਸਟਿਸ ਰਣਜੀਤ ਸਿੰਘ ਨੂੰ ਇੱਕ ਕਮਿਸ਼ਨ ਆਫ ਇਨਕੁਆਇਰੀ ਸੌਂਪ ਦਿੱਤੀ ਗਈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਆ ਵਿਧਾਨ ਸਭਾ ਦੇ ਵਿੱਚ ਉਹਦੇ ਤੇ ਬਹਿਸ ਵੀ ਹੋਈ। ਅਸੀਂ ਵੀ ਆਪਣੇ ਵਿਚਾਰ ਦਿੱਤੇ, ਟੈਲੀਕਾਸਟ ਹੋਈ ਉਹ ਬਹਿਸ ਔਰ ਉਸ ਬਹਿਸ ਤੋਂ ਬਾਅਦ ਫਿਰ ਇੱਕ SIT ਦਾ ਗਠਨ ਕੀਤਾ ਗਿਆ। ਪ੍ਰਬੋਧ ਕੁਮਾਰ ਜਿਹੜੇ ਨੇ ਉਹਦੇ ਮੁਖੀ ਨੇ, ਲੇਕਿਨ ਉਹਦੇ ਬਹੁਤ ਇੱਕ ਐਕਟਿਵ ਮੈਂਬਰ ਨੇ ਕੁੰਵਰ ਵਿਜੇ ਪ੍ਰਤਾਪ, ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਇਹ ਸਾਰੀ ਜਿਹੜੀ ਹੈ ਇਨਕੁਆਇਰੀ ਜਿਹੜੀ ਆ ਇਹ ਹੋ ਰਹੀ ਹੈ। ਸੋ ਇਹ 5 ਸਾਲ ਹੋ ਗਏ ਆ, ਹੁਣ ਤੱਕ ਇਨਸਾਫ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲਿਆਂ 'ਚ ਮਿਲਿਆ, ਨਾ ਗੋਲੀकांड ਦੇ ਵਿੱਚ ਮਿਲਿਆ। 2 ਗੋਲੀकांड ਹੋਏ ਆ ਔਰ ਦੋਵੇਂ ਗੋਲੀकांड ਦੇ ਵਿੱਚ ਜਿਹੜੀਆਂ ਤਾਰਾਂ ਵਾ ਉਹ ਕੁਝ ਸੀਨੀਅਰ ਪੁਲਿਸ ਅਧਿਕਾਰੀ ਔਰ ਕੁਝ ਸਿਆਸੀ ਅਧਿਕਾਰੀਆਂ ਦੇ ਉੱਪਰ ਨਾਲ ਜੁੜਦੀਆਂ ਵਾ, ਲੇਕਿਨ ਉੱਥੋਂ ਤੱਕ ਹਾਲੀ ਗੱਲ ਨਹੀਂ ਪਹੁੰਚੀ। ਕੁਝ ਪੁਲਿਸ ਅਧਿਕਾਰੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਵਾ, ਉਹਨਾਂ ਦੀ ਇੰਟਰੋਗੇਸ਼ਨ ਹੋਈ ਆ। ਇਸੇ ਤਰ੍ਹਾਂ ਹੀ ਕੁਝ ਡੇਰਾ ਪ੍ਰੇਮੀ ਜਿਹੜੇ ਨੇ ਹੇਠਲੇ ਪੱਧਰ ਦੇ, ਉਹਨਾਂ ਨੂੰ ਹਿਰਾਸਤ 'ਚ ਲਿਆ ਗਿਆ ਵਾ। ਇੱਕ ਜਿਹੜਾ ਡੇਰਾ ਪ੍ਰੇਮੀਆਂ ਦੀ ਉੱਤੇ ਅਧਿਕਾਰੀਆਂ ਨਾਲ ਔਰ ਜਿਹੜੇ ਉੱਤੇ ਮੈਨੇਜਮੈਂਟ ਸੀ ਡੇਰਾ ਦੀ, ਉਹਨਾਂ ਨਾਲ ਜਿਹੜੀ ਇੱਕ ਕੜੀ ਜੁੜਦੀ ਸੀ ਮਹਿੰਦਰਪਾਲ ਬਿੱਟੂ ਦੀ, ਉਹਦੀ ਨਾਭਾ ਜੇਲ੍ਹ ਦੇ ਵਿੱਚ ਮੌਤ ਕਰ ਦਿੱਤੀ ਗਈ ਔਰ ਸ਼ਾਇਦ ਉਹ ਇੱਕ ਲੂਜ਼ ਕੜੀ ਜਿਹੜੀ ਆ ਹੁਣ ਸਾਡੇ ਸਾਹਮਣੇ ਨਜ਼ਰ ਆ ਰਹੀ ਆ। ਜੇ ਡੇਰਾ ਮੁਖੀ ਨੂੰ ਕੱਲ੍ਹ ਨੂੰ ਨਾਮਜ਼ਦ ਕਰਨ ਤੋਂ ਬਾਅਦ ਉਹਨੂੰ ਦੋਸ਼ੀ ਕਰਾਰ ਕਰਨਾ ਹੋਵੇ ਤਾਂ ਉਹਦੇ ਵਿੱਚ ਸ਼ਾਇਦ ਉਹ ਮਿਸਿੰਗ ਕੜੀ ਦਾ ਨੁਕਸਾਨ ਵੀ ਹੋ ਸਕਦਾ ਵਾ। ਮੀਨਵਾਈਲ ਸਾਡੇ ਨਾਲ ਕੁਝ ਲੋਕੀ ਫੇਸਬੁੱਕ ਦੇ ਉੱਪਰ ਵੀ ਜੁੜ ਗਏ ਨੇ। ਮੇਜਰ ਸਿੰਘ ਹੁਣੇ ਫੇਸਬੁੱਕ ਦੇ ਉੱਪਰ ਆਏ ਨੇ। ਰਣਵਿਜੇ ਸਿੰਘ ਚੌਹਾਨ ਦਾ ਤਾਜ਼ਾ ਕਮੈਂਟ ਆਇਆ ਵਾ। ਉਹਨਾਂ ਨੇ ਉਹ ਸ਼ਬੀਲ ਦੇ ਮਸਲੇ ਦੇ ਉੱਤੇ ਗੱਲ ਕੀਤੀ, ਜਿਹੜੀ ਰਾਣਾ ਪਰਮਜੋਤ ਨੇ ਕਿਹਾ ਕਿ ਉਹਦੇ ਬਾਰੇ ਗੱਲਬਾਤ ਕਰੋ। ਉਹਨਾਂ ਨੇ ਕੁਝ ਜੋੜ ਤੋੜ ਪਲੱਸ ਮਾਈਨਸ ਕੀਤੇ ਆ ਰਣਵਿਜੇ ਸਿੰਘ ਚੌਹਾਨ ਨੇ, ਉਹ ਤੁਸੀਂ ਜਾ ਕੇ ਫੇਸਬੁੱਕ ਦੇ ਉੱਪਰ ਦੇਖ ਸਕਦੇ ਜੇ। ਮੈਂ ਫਿਰ ਦੱਸ ਦੇਵਾਂ ਕਿ ਅੱਜ ਦਾ ਹੁਣ 1 ਅੱਧਾ ਮਿੰਟ ਰਹਿ ਗਿਆ, ਜੇ ਤੁਸੀਂ ਕਾਲ ਕਰਕੇ ਇਸ ਮਸਲੇ ਦੇ ਉੱਤੇ ਆਪਣੇ ਵਿਚਾਰ ਦੇਣੇ ਹੋਣ ਤਾਂ ਤੁਸੀਂ ਦੇ ਸਕਦੇ ਜੇ। ਦੋਵੇਂ ਨੰਬਰ ਜਿੱਥੇ ਤੁਸੀਂ ਕਾਲ ਕਰ ਸਕਦੇ ਜੇ ਸਾਡੇ ਲਗਾਤਾਰ ਸਕਰੀਨ ਤੇ ਨੇ 7187753585 ਔਰ ਦੂਸਰਾ ਨੰਬਰ ਚੰਡੀਗੜ੍ਹ ਦਾ ਵਾ 47844001। ਗੁਰਿੰਦਰ ਘੁੰਮਣ ਜਿਹੜੇ ਵਕੀਲ ਵੀ ਨੇ ਉਹ ਸਾਡੇ ਨਾਲ ਹੁਣੇ ਜੁੜ ਗਏ ਨੇ। ਉਹ ਕਹਿ ਰਹੇ ਨੇ ਕ੍ਰਿਮੀਨਲ ਜਸਟਿਸ ਸਿਸਟਮ ਜਿਹੜਾ ਵਾ ਉਹ ਬੜਾ ਮੈਥੋਡਿਕਲ ਹੁੰਦਾ ਵਾ, ਤਰੀਕੇ ਦੇ ਨਾਲ ਅੱਗੇ ਵੱਧਦਾ ਵਾ ਔਰ ਡਿਊ ਪ੍ਰੋਸੈਸ ਲਾਅ ਜਿਹੜਾ ਵਾ, ਡਿਊ ਪ੍ਰੋਸੈਸ ਆਫ ਲਾਅ ਉਹ ਜ਼ਰੂਰ ਫੋਲੋ ਹੁੰਦਾ ਵਾ। ਜਸਟਿਸ ਦੇ ਦੇਰੀ ਹੋ ਸਕਦੀ ਹੈ ਪਰ ਜਸਟਿਸ ਮਿਲਦੀ ਜ਼ਰੂਰ। ਪਰ ਗੁਰਿੰਦਰ ਘੁੰਮਣ ਜੀ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਜੇ ਬਹੁਤ ਦੇਰ ਹੋ ਜਾਵੇ, ਜੇ ਲੋਕੀ ਨਾ ਰਹਿਣ ਜਿਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ, ਤੇ ਫਿਰ ਉਸ ਇਨਸਾਫ ਦਾ ਕੀ ਫਾਇਦਾ। ਔਰ ਵਾਕਈ ਇਸ ਕੇਸ ਦੇ ਵਿੱਚ ਬਹੁਤ ਸਾਰੇ ਸੱਜਣ, ਜਿਵੇਂ ਹੁਣੇ ਦੱਸਿਆ ਮਹਿੰਦਰਪਾਲ ਬਿੱਟੂ ਦੀ ਮੌਤ ਹੋ ਗਈ, ਹੋਰ ਵੀ ਕੁਝ ਲੋਕੀ ਜਿਹੜੇ ਆ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਸੋ ਜੇ ਇਹਦੇ ਵਿੱਚ ਹੋਰ ਦੇਰੀ ਹੁੰਦੀ ਰਹੀ ਤੇ ਇਹਦੇ ਵਿੱਚ ਫਿਰ ਜਸਟਿਸ ਇਨਸਾਫ ਦੇਣ ਦਾ ਵੀ ਫਾਇਦਾ ਨਹੀਂ ਹੋਵੇਗਾ। ਲੇਕਿਨ ਇੱਕ ਵਾਰੀ ਮੈਂ ਫਿਰ ਦੱਸ ਦੇਵਾਂ ਕਿ ਇਸ ਵੇਲੇ ਜਿਹੜੀਆਂ ਘਟਨਾਵਾਂ ਹੋਈਆਂ ਪਿਛਲੇ ਕਰੀਬ ਮਹੀਨੇ ਦੇ ਵਿੱਚ, ਜਿਹੜੇ ਲੋਕੀ ਹਿਰਾਸਤ ਦੇ ਵਿੱਚ ਲਏ ਗਏ ਆ, ਉਸ ਤੋਂ ਬਾਅਦ ਜਿਹੜੀਆਂ ਚਾਰਜ ਸ਼ੀਟ ਫਾਈਲ ਹੋਈਆਂ ਵਾ, ਜਿਹੜੇ ਲੋਕੀ ਨਾਮਜ਼ਦ ਕੀਤੇ ਗਏ ਆ, ਉਸ ਤੋਂ ਬਾਅਦ ਇੱਕ ਆਸ ਦੀ ਕਿਰਨ ਜਿਹੜੀ ਆ ਉਹ ਜ਼ਰੂਰ ਇਸ ਵੇਲੇ ਦੁਬਾਰਾ ਤਾਜ਼ਾ ਹੋਈ ਹੈ। ਸੋ ਇਹਨਾਂ ਸ਼ਬਦਾਂ ਨਾਲ, ਕਿਉਂਕਿ ਹੁਣ ਸਮਾਂ ਵੀ ਖਤਮ ਹੋ ਰਿਹਾ ਵਾ, ਮੈਂ ਹੁਣ ਤੁਹਾਡੀ ਇਜਾਜ਼ਤ ਲਵਾਂਗਾ। ਆਪਾਂ ਇਸ ਮਸਲੇ ਤੇ ਜੇ ਕੋਈ ਇਹਦੇ 'ਚ ਡਿਵੈਲਪਮੈਂਟ ਹੋਈ ਤਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਉਹਦੇ ਤੇ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਮੈਂ ਇਹ ਵੀ ਦੱਸ ਦੇਵਾਂ ਕਿ ਇੱਕ ਹੋਰ ਬਹੁਤ ਅਹਿਮ ਡਿਵੈਲਪਮੈਂਟ ਜਿਹੜੀ ਪੰਜਾਬ ਦੇ ਵਿੱਚ ਹੋਈ ਆ, ਜਿਹੜੇ 3 ਆਰਡੀਨੈਂਸਿਸ ਖੇਤੀਬਾੜੀ ਸੰਬੰਧ ਦੇ ਵਿੱਚ ਆਰਡੀਨੈਂਸ ਕੇਂਦਰ ਨੇ ਪਾਸ ਕੀਤੇ ਆ, ਜਿਹਦੇ ਕਰਕੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਬਹੁਤ ਰੋਸ ਆ। ਔਰ ਇੱਕ ਇਹ ਵੀ ਲੱਗਦਾ ਵਾ ਕਿ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਵੱਜ ਰਿਹਾ ਵਾ, ਉਹਦੇ ਤੇ ਵੀ ਆਪਾਂ ਕਿਸ ਦਿਨ ਵਿਚਾਰ ਵਟਾਂਦਰਾ ਕਰਨਾ। ਕੀ ਹੌਲੀ ਹੌਲੀ ਸਟੇਟਾਂ ਨੂੰ, ਪ੍ਰਾਂਤਾਂ ਨੂੰ, ਰਾਜਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਵਾ, ਇਹਦੇ ਵਿੱਚ ਕੀ ਸਾਡੇ ਆਪਣੇ ਲੀਡਰਾਂ ਦੀ ਕੋਈ ਭੂਮਿਕਾ ਹੈ, ਇਹਦੇ ਤੇ ਆਪਾਂ ਅੱਗੇ ਵੀ ਗੱਲ ਕੀਤੀ ਸੀ। ਲੇਕਿਨ ਇਹਦੇ ਤੇ ਹੁਣ ਅਮਰਿੰਦਰ ਸਿੰਘ ਨੇ ਕਿਹਾ ਵਾ ਕਿ ਉਹ ਲੜਾਈ ਲੈਣ ਨੂੰ ਤਿਆਰ ਨੇ ਕੇਂਦਰ ਦੇ ਨਾਲ ਇਸ ਮਸਲੇ ਨੂੰ ਲੈ ਕੇ। ਸੋ ਇੱਕ ਬਹੁਤ ਅਹਿਮ ਸਟੇਜ ਦੇ ਉੱਤੇ ਇਹ ਮਸਲਾ ਪਹੁੰਚ ਗਿਆ ਵਾ।
ਪ੍ਰਧਾਨ ਮੰਤਰੀ ਨਾਲ ਇੱਕ ਆਲ ਪਾਰਟੀ ਮੀਟਿੰਗ ਦੇ ਮੀਟਿੰਗ ਤੋਂ ਬਾਅਦ ਲੀਡਰਾਂ ਨੇ ਟਾਈਮ ਵੀ ਮੰਗਿਆ ਵਾ। ਸੋ ਇਸ ਮਸਲੇ ਤੇ ਆਪਾਂ ਡਿਟੇਲ ਦੇ ਵਿੱਚ ਇਸੇ ਹਫਤੇ ਦੇ ਵਿੱਚ ਵਿਚਾਰ ਵਟਾਂਦਰਾ ਕਰਾਂਗੇ। ਅੱਜ ਹੁਣ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਰੱਬ This program is sponsored by Prime Link Express, Gurmeet Mali, Union Truck Stop, Bakersfield, Sukhi Kuman,